ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਅਰਜਨ ਅਰਜਨ ਸੁਨਹਿ ਅਰਜਨ ਜਸ ਉਪਜਾਏ। ਸਮੈ ਦੁਪਹਿਰੀ ਲਗ ਗੁਰੂ ਬੈਠ ਗ੍ਰੰਥ ਲਿਖਵਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਵਡਭਾਗੇ ਹੋ ਜੋ ਕਿ ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰ ਰਹੇ ਹੋ। ਗੁਰੂ ਕੀ ਪਵਿੱਤਰ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਦਾ ਆਨੰਦ ਮਾਣਿਆ। ਹੁਣ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਨਾਲ ਜੁੜ ਜਾਈਏ। ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾ ਰਹੇ ਨੇ। ਸੱਚਖੰਡ ਤੋਂ 15 ਭਗਤ ਆਏ ਹਨ। ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਸਾਡੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰੋ। ਸਤਿਗੁਰੂ ਜੀ ਨੇ ਉਹਨਾਂ ਦਾ ਬਹੁਤ ਸਤਿਕਾਰ ਮਾਣ ਕਰਕੇ ਕਿਹਾ ਕਿ ਭਗਤ ਜੀ ਜਿਹੜੀ ਬਾਣੀ ਤੁਸੀਂ ਪਹਿਲਾਂ ਰਚੀ ਹੈ ਉਹ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕਰਨੀ, ਤੁਸੀਂ ਨਵੇਂ ਸਿਰਿਓਂ ਬਾਣੀ ਉਚਾਰਨ ਕਰੋ। ਤਾਂ ਉਹਨਾਂ 15 ਭਗਤਾਂ ਨੇ ਆਪਣੇ ਸਤਿਗੁਰੂ ਪਾਤਸ਼ਾਹ ਦਾ ਬਚਨ ਮੰਨ ਕੇ ਨਵੇਂ ਸਿਰੇ ਤੋਂ ਅੰਮ੍ਰਿਤਮਈ ਗੁਰਬਾਣੀ ਉਚਾਰਨ ਕੀਤੀ ਹੈ ਜੋ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋਈ ਹੈ। ਆਓ ਇਹ ਕਥਾ ਸੁਣੀਏ ਪਿਆਰ ਨਾਲ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਅਰਜਨ ਅਰਜਨ ਸੁਨਹਿ। ਮਹਾਰਾਜ ਗੁਰੂ ਅਰਜਨ ਦੇਵ ਜੀ ਸਿੱਖਾਂ ਦੀਆਂ ਬੇਨਤੀਆਂ ਅਰਜ਼ਾਂ ਸੁਣਦੇ ਹਨ ਤੇ ਉਹਨਾਂ ਨੂੰ ਸੰਸਾਰ ਦੇ ਤੇ ਪਰਲੋਕ ਦੇ ਸੁੱਖ ਦਿੰਦੇ ਹਨ। ਅਰਜਨ ਜਸ ਉਪਜਾਏ। ਔਰ ਉਹਨਾਂ ਦਾ ਨਿਰਮਲ ਉਜਲ ਜਸ ਸਾਰੇ ਪਾਸੇ ਪ੍ਰਗਟ ਹੋ ਰਿਹਾ ਹੈ। ਸਮੇਂ ਦੁਪਹਿਰੀ ਲਗ ਗੁਰੂ। ਦੁਪਹਿਰ ਦੇ ਸਮੇਂ ਤੱਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠ ਗ੍ਰੰਥ ਲਿਖਵਾਏ। ਭਾਈ ਗੁਰਦਾਸ ਜੀ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਲਿਖਵਾਉਂਦੇ ਹਨ। ਦੁਪਹਿਰ ਵੇਲੇ ਤੱਕ ਲਿਖਾਈ ਹੁੰਦੀ ਹੈ। ਸਵੇਰ ਤੋਂ ਸ਼ੁਰੂ ਕਰਦੇ ਦੁਪਹਿਰੇ 12 ਵਜੇ ਤੱਕ ਲਿਖਾਈ ਹੋਈ ਜਾਂਦੀ ਹੈ। ਹਾਂਜੀ। ਚੌਪਈ ਸੁਦਾ ਸਰੋਵਰ ਪੁੰਨ ਚਲ ਆਵਹਿ। ਫਿਰ ਦੁਪਹਿਰ ਤੋਂ ਬਾਅਦ ਗੁਰੂ ਜੀ ਕੁਝ ਸਮੇਂ ਲਈ ਸ੍ਰੀ ਅੰਮ੍ਰਿਤਸਰ ਆ ਜਾਂਦੇ ਹਨ, ਜਿੱਥੇ ਸ੍ਰੀ ਹਰਿਮੰਦਰ ਸਾਹਿਬ ਹੈ, ਅੰਮ੍ਰਿਤ ਸਰੋਵਰ ਹੈ, ਉੱਥੇ ਆ ਜਾਂਦੇ ਹਨ। ਹਾਂਜੀ। ਕਰਹਿ ਪ੍ਰਦਛਿਣ ਸੀਸ ਨਿਵਾਵਹਿ। ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਸੀਸ ਨਵਾ ਕੇ ਪਰਿਕਰਮਾ ਕਰਦੇ ਹਨ। ਬੈਠੈ ਜਬ ਹੈ ਸੰਗਤਾ ਬ੍ਰਿੰਦ। ਜਦੋਂ ਸਾਰੀਆਂ ਸੰਗਤਾਂ ਦਾ ਦੀਵਾਨ ਤੀਜੇ ਪਹਿਰ ਦਾ ਲੱਗਦਾ ਹੈ, ਮਹਾਰਾਜ ਸੰਗਤ ਵਿੱਚ ਬੈਠ ਕੇ ਸੰਗਤ ਨੂੰ ਦਰਸ਼ਨ ਦਿੰਦੇ ਹਨ। ਦਰਸ ਹੈ ਸਤਿਗੁਰ ਚੰਦ ਮਨਿੰਦ। ਜਿਵੇਂ ਚਕੋਰ ਚੰਦਰਮਾ ਨੂੰ ਦੇਖ ਕੇ ਖੁਸ਼ ਹੁੰਦੀ ਹੈ, ਏਦਾਂ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਪ੍ਰਸੰਨ ਹੁੰਦੀਆਂ ਹਨ। ਹਰਿਮੰਦਰ ਮਹਿ ਹੋਏ ਦਰਬਾਰੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਦਰਬਾਰ ਸਜਦਾ ਹੈ। ਚਿਤ ਮਸੰਦ ਅਰਦਾਸ ਉਚਾਰੇ। ਔਰ ਸਨਮੁਖ ਮਸੰਦ ਖੜੇ ਹੋ ਕੇ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਵੀ ਕਰਦੇ ਹਨ। ਆਏ ਉਪਾਇਨ ਪਾਇਨ ਅਰਪ ਹੈ। ਔਰ ਆਪਣੀਆਂ ਆਪਣੀਆਂ ਪ੍ਰੇਮ ਭੇਟਾਵਾਂ ਸਿੱਖ ਗੁਰੂ ਦੇ ਚਰਨਾਂ 'ਚ ਅਰਪਣ ਕਰਦੇ ਹਨ। ਸੁਰ ਸਮੁਦਾਇ ਜਾਏ ਜਿਮ ਹਰਪ ਹੈ। ਜਿਵੇਂ ਸਾਰੇ ਦੇਵਤੇ ਭਗਵਾਨ ਵਿਸ਼ਨੂੰ ਕੋਲ ਜਾਂਦੇ ਹਨ, ਇਸ ਤਰ੍ਹਾਂ ਗੁਰੂ ਕੇ ਸਿੱਖ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਹਨ। ਦਇਆ ਧਾਰ ਦਰਸ਼ਨ ਕੋ ਦੇਤ। ਸਤਿਗੁਰੂ ਜੀ ਵੀ ਦਰਸ਼ਨ ਦਿੰਦੇ ਸੰਗਤਾਂ ਨੂੰ ਦਇਆ ਕਰਕੇ, ਮਿਹਰਾਂ ਕਰਕੇ। ਸਿੱਖ ਦੇਖਤ ਮਨ ਬਾਂਛਤ ਲੇਤ। ਔਰ ਗੁਰੂ ਕੇ ਸਿੱਖ ਦਰਸ਼ਨ ਕਰਕੇ ਮਨ ਬਾਂਛਤ ਫਲਾਂ ਨੂੰ ਪ੍ਰਾਪਤ ਕਰਦੇ। ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ। ਸਾਰੇ ਦੁੱਖ ਨਾਸ ਹੋ ਜਾਂਦੇ ਨੇ, ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਦਰਸ਼ਨ ਅਗਨ ਨਿਵਾਰੀ, ਸਤਿਗੁਰ ਭੇਟਤ ਹਉਮੈ ਮਾਰੀ। ਸਤਿਗੁਰਾਂ ਦੇ ਦਰਸ਼ਨਾਂ ਨਾਲ ਤ੍ਰਿਸ਼ਨਾ ਦੀ, ਆਸਾ ਮਨਸਾ ਦੀ, ਰਾਗ ਦਵੈਸ਼ ਦੀ ਅਗਨੀ ਬੁਝ ਜਾਂਦੀ ਹੈ। ਮਨ ਹਉਮੈ ਤੋਂ ਰਹਿਤ ਹੋ ਕਰਕੇ ਸ਼ਾਂਤ ਹੋ ਜਾਂਦਾ ਹੈ।
ਏਕ ਜਾਮ ਤਹਿ ਬੈਠ ਬਿਤਾਵਹਿ। ਇੱਕ ਪਹਿਰ ਲਗਭਗ ਗੁਰੂ ਮਹਾਰਾਜ ਜੀ ਦੀਵਾਨ ਵਿੱਚ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ। ਪੁਨ ਤੰਬੂ ਦਿਸ਼ ਕੋ ਚਲ ਆਵਹਿ। ਫਿਰ ਵਾਪਸ ਆਪਣੇ ਤੰਬੂ ਵਿੱਚ ਗੁਰਦੁਆਰਾ ਰਾਮਸਰ ਵਾਲੀ ਥਾਂ ਤੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਹੈ, ਇੱਥੇ ਗੁਰੂ ਅਰਜਨ ਦੇਵ ਜੀ ਆਪਣੇ ਤੰਬੂ 'ਚ ਆ ਜਾਂਦੇ ਹਨ। ਰਾਤ ਦਿਵਸ ਬੀਤ ਹੈ ਵਿੱਚ ਡੇਰੇ। ਰਾਤ ਦਿਨ ਮਹਾਰਾਜ ਡੇਰੇ ਵਿੱਚ ਤੰਬੂ ਵਿੱਚ ਹੀ ਗੁਜ਼ਾਰਦੇ ਨੇ। ਸਿਰਫ ਇੱਕ ਪਹਿਰ ਵਾਸਤੇ ਦੁਪਹਿਰ ਤੋਂ ਬਾਅਦ 1-2 ਵਜੇ ਜਾਂਦੇ ਨੇ, 3-4 ਵਜੇ ਵਾਪਸ ਆ ਜਾਂਦੇ ਨੇ। ਇੰਨਾ ਕੁ ਸਮਾਂ 1.5-2 ਘੰਟੇ, 2.5 ਘੰਟੇ, 3 ਘੰਟੇ, ਹੱਦ 3 ਘੰਟੇ ਹੈ। ਗੁਰੂ ਸਾਹਿਬ ਹਰਿਮੰਦਰ ਸਾਹਿਬ ਰਹਿੰਦੇ ਨੇ, ਉਸ ਪਾਸੇ ਰਹਿੰਦੇ ਨੇ। ਬਾਕੀ ਸਾਰਾ ਦਿਨ, ਸਾਰੀ ਰਾਤ, ਸਾਰਾ ਸਮਾਂ ਰਾਮਸਰ ਤੰਬੂ ਵਿੱਚ ਹੀ ਗੁਜ਼ਾਰਦੇ ਨੇ ਸਤਿਗੁਰੂ ਜੀ। ਹਾਂਜੀ, ਸ਼ਬਦ ਬਣਾਏ ਲਿਖਾਏ ਕਨੇਰੇ। ਉੱਥੇ ਸਾਧ ਸੰਗਤ ਜੀ ਗੁਰਬਾਣੀ ਲਿਖੀ ਜਾ ਰਹੀ ਹੈ। ਮਹਾਰਾਜ ਨਵੀਂ ਬਾਣੀ ਵੀ ਰਚਦੇ ਨੇ। ਅਕਾਲ ਪੁਰਖ ਨਾਲ ਜਦੋਂ ਸੁਰਤੀ ਜੋੜ ਕੇ ਬੈਠਦੇ ਨੇ ਤੇ ਧੁਰ ਤੋਂ ਬਾਣੀ ਆਉਂਦੀ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਤੇ ਸਤਿਗੁਰੂ ਜੀ ਪਿਛਲੇ ਗੁਰੂ ਸਾਹਿਬਾਂ ਦੀ, ਮਹਾਂਪੁਰਸ਼ਾਂ ਦੀ, ਭਗਤਾਂ ਦੀ ਬਾਣੀ ਵੀ ਲਿਖਵਾ ਰਹੇ ਨੇ। ਭਗਤ ਵਿਰਾਗ ਗਿਆਨ ਗੁਣ ਮਸਾਨੀ। ਇਹ ਬਾਣੀ ਕੈਸੀ ਹੈ? ਜੋ ਭਗਤੀ ਦੇ ਨਾਲ ਭਰੀ ਹੋਈ ਹੈ, ਜਿਹਦੇ ਅੰਦਰ ਭਗਤੀ ਭਾਵਨਾ, ਸ਼ਰਧਾ, ਪਿਆਰ ਜ਼ਿਆਦਾ ਹੈ, ਔਰ ਗਿਆਨ ਹੈ ਆਤਮਾ ਦਾ, ਤੇ ਯੋਗ ਹੈ ਪਰਮਾਤਮਾ ਨਾਲ ਜੁੜਨ ਦੀ ਜੁਗਤੀ ਹੈ। ਗਿਆਨ, ਬੈਰਾਗ, ਭਗਤੀ ਦੇ ਨਾਲ ਭਿੱਜੀ ਹੋਈ ਬਾਣੀ ਗੁਰੂ ਸਾਹਿਬ ਉਚਾਰਨ ਕਰਦੇ ਹਨ। ਨਾਨਾ ਬਿਦਨ ਬਨਾਵਹਿ ਬਾਣੀ। ਨਾਨਾ ਪ੍ਰਕਾਰ ਨਾਲ ਜੀਵ ਨੂੰ ਉਪਦੇਸ਼ ਦਿੰਦੇ ਹਨ। ਕਈ ਜਗ੍ਹਾ ਤੇ ਮਹਾਰਾਜ ਇਸ ਜੀਵ ਨੂੰ ਪਿਆਰ ਨਾਲ ਕਹਿੰਦੇ, ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ। ਤੇ ਕਿਤੇ ਮਹਾਰਾਜ ਥੋੜੀ ਤਾੜਨਾ ਵੀ ਕਰਦੇ, ਕੰਨ ਵੀ ਖਿੱਚਦੇ, ਸੁਣ ਮਨ ਅੰਧੇ ਕੁੱਤੇ ਕੂੜਿਆ। ਏਦਾਂ ਮਹਾਰਾਜ ਹਰ ਤਰ੍ਹਾਂ ਨਾਲ ਪ੍ਰਾਣੀ ਨੂੰ ਸਮਝਾਉਂਦੇ ਹਨ। ਹਾਂਜੀ, ਇਸ ਪ੍ਰਕਾਰ ਨਿਤ ਪ੍ਰਤ ਵਿਵਹਾਰੇ। ਇਸ ਪ੍ਰਕਾਰ ਰੋਜ਼ ਮਹਾਰਾਜ ਸਤਿਗੁਰੂ ਜੀ ਦਾ ਵਿਹਾਰ ਹੈ। ਏਦਾਂ ਮਹਾਰਾਜ ਸਾਹਿਬ ਜੀ ਰੋਜ਼ ਕਰਦੇ ਹਨ। ਯਾਨੀ 24 ਘੰਟਿਆਂ ਵਿੱਚੋਂ 22 ਘੰਟੇ, 21 ਘੰਟੇ ਲਗਭਗ ਰਾਮਸਰ ਰਹਿੰਦੇ ਹਨ। ਕੁਝ ਘੜੀਆਂ ਆਰਾਮ ਕਰਦੇ ਹਨ, ਬਾਕੀ ਸਾਰਾ ਸਮਾਂ ਬਾਣੀ ਰਚਦੇ ਹਨ। ਸਾਡਾ ਭਲਾ ਕਰਨ ਲਈ ਧੁਰ ਤੋਂ ਮਹਾਰਾਜ ਬਾਣੀ ਲਿਆਉਂਦੇ ਹਨ। ਅਕਾਲ ਪੁਰਖ ਨਾਲ ਇਕਮਿਕ ਹੋ ਕੇ, ਵਾਹਿਗੁਰੂ ਦੇ ਵਿੱਚ ਅਭੇਦ ਹੋ ਕੇ, ਤੇ ਜਦੋਂ ਉੱਥੋਂ ਬਚਨ ਆਉਂਦੇ ਨੇ ਉਹਨੂੰ ਕਹਿੰਦੇ ਧੁਰ ਕੀ ਬਾਣੀ। ਹਾਂਜੀ, ਕਿਤਕ ਦਿਵਸ ਸਤਿਗੁਰੂ ਗੁਜ਼ਾਰੇ। ਇਸ ਤਰ੍ਹਾਂ ਕੁਝ ਦਿਨ ਗੁਰੂ ਜੀ ਨੇ ਗੁਜ਼ਾਰ ਦਿੱਤੇ ਹਨ, ਸਮਾਂ ਲੰਘ ਰਿਹਾ ਹੈ। ਹਾਂਜੀ, ਲਿਖੇ ਸ਼ਬਦ ਭਗਤ ਕੇ ਜਬੈ। ਜਦੋਂ ਭਾਈ ਗੁਰਦਾਸ ਜੀ ਲਿਖੀ ਜਾਂਦੇ ਨੇ, ਗੁਰੂ ਜੀ ਲਿਖਾਈ ਜਾਂਦੇ ਨੇ। ਹੁਣ ਭਗਤਾਂ ਦੀ ਬਾਣੀ ਸ਼ੁਰੂ ਹੋਈ ਹੈ। ਭਗਤਾਂ ਦੇ ਸ਼ਬਦ ਲਿਖੇ ਜਾਣੇ ਸ਼ੁਰੂ ਹੋਏ ਨੇ। ਭਗਤ ਕਬੀਰ ਜੀ ਦੇ, ਤਰਲੋਚਨ ਜੀ ਦੇ, ਭਗਤ ਰਵਿਦਾਸ ਜੀ ਦੇ, ਇਹਨਾਂ ਮਹਾਂਪੁਰਸ਼ਾਂ ਦੇ ਸ਼ਬਦ ਜਦੋਂ ਲਿਖਣੇ ਸ਼ੁਰੂ ਹੋਏ ਨੇ, 15 ਭਗਤਾਂ ਦੀ ਬਾਣੀ ਆਰੰਭ ਹੋਈ ਹੈ ਲਿਖਣੀ। ਕਹੇ ਗੁਰਦਾਸ ਬਿਸਮ ਉਰਤਬੈ। ਭਾਈ ਗੁਰਦਾਸ ਜੀ ਕੁਝ ਹੈਰਾਨ ਹੋ ਗਏ ਨੇ। ਭਾਈ ਗੁਰਦਾਸ ਜੀ ਨੂੰ ਹੈਰਾਨੀ ਜੀ ਹੋਣੀ ਸ਼ੁਰੂ ਹੋਈ ਹੈ। ਉਹਨਾਂ ਨੂੰ ਕੁਝ ਬਿਸਮਾਦੀ ਜਿਹਾ ਅਨੁਭਵ ਹੋਇਆ ਹੈ। ਹੈਰਾਨੀ ਵਾਲੇ ਸੁਭਾਅ ਵਿੱਚ, ਲਹਿਜੇ ਵਿੱਚ ਉਹਨਾਂ ਨੇ ਸਵਾਲ ਪੁੱਛਿਆ। ਹਾਂਜੀ, ਪੰਚੋ ਪਾਤਸ਼ਾਹ ਕੀ ਕਿਰਾ। ਮਨ ਵਿੱਚ ਸੋਚ ਕੇ ਗੁਰੂ ਨੂੰ ਭਾਈ ਸਾਹਿਬ ਪੁੱਛਦੇ ਨੇ ਕਿ ਹੇ ਸਤਿਗੁਰੂ ਜੀ, 5 ਪਾਤਸ਼ਾਹੀਆਂ ਦੀ ਬਾਣੀ, ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ, ਸਤਿਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ, ਤੇ ਹੁਣ ਤੁਸੀਂ ਗੱਦੀ ਦੇ ਮਾਲਕ ਹੋ। ਜਦੋਂ ਤੁਹਾਡੀ ਬਾਣੀ ਆਉਂਦੀ ਹੈ, ਅੰਤ ਨਾਮ ਸ੍ਰੀ ਨਾਨਕ ਧਰਾ। 5 ਪਾਤਸ਼ਾਹੀਆਂ ਦੀ ਬਾਣੀ ਦੇ ਅਖੀਰ 'ਚ ਨਾਨਕ ਆਉਂਦਾ ਹੈ। ਤਖੱਲਸ ਇੱਕੋ ਹੀ ਹੈ। ਭਾਵੇਂ ਬਾਣੀ ਪਹਿਲੇ ਜਾਮੇ ਦੀ ਹੋਵੇ, ਭਾਵੇਂ ਦੂਸਰੇ ਪਾਤਸ਼ਾਹ ਦੀ ਹੋਵੇ, ਭਾਵੇਂ ਤੀਸਰੇ ਦੀ ਹੋਵੇ, ਭਾਵੇਂ ਚੌਥੇ, ਤੇ ਭਾਵੇਂ ਆਪ ਜੀ ਦੀ ਬਾਣੀ, ਅਖੀਰ 'ਚ ਨਾਨਕ ਆਉਂਦਾ। ਹਾਂਜੀ, ਅਬ ਹੈ ਆਪ ਭਗਤਨ ਕੇ ਨਾਮ। ਪਰ ਹੁਣ ਤੁਸੀਂ ਜਿਹੜੀ ਬਾਣੀ ਉਚਾਰਨ ਕਰ ਰਹੇ ਹੋ, ਤੁਹਾਡੇ ਮੂੰਹ ਤੋਂ ਜੋ ਸ਼ਬਦ ਨਿਕਲ ਰਹੇ ਨੇ, ਇਹਨਾਂ 'ਚ ਭਗਤਾਂ ਦੇ ਨਾਮ ਆ ਰਹੇ ਨੇ।
ਭਗਤ ਕਬੀਰ ਜੀ ਦਾ ਨਾਮ ਆਉਂਦਾ ਮੈਂ ਕਬੀਰ ਜੀ ਦਾ ਲਿਖ ਦਿੰਦਾ। ਜਦੋਂ ਰਵਿਦਾਸ ਜੀ ਦਾ ਨਾਮ ਆਉਂਦਾ ਮੈਂ ਰਵਿਦਾਸ ਜੀ ਦਾ ਨਾਮ ਲਿਖਦਾ। ਹੁਣ ਤੁਹਾਡੇ ਮੂੰਹ ਤੋਂ ਨਾਨਕ ਦੀ ਥਾਂ ਤੇ ਭਗਤਾਂ ਦੇ ਨਾਮ ਨਿਕਲਣ ਲੱਗ ਪਏ ਨੇ। ਹਾਂਜੀ, ਅੰਤ ਸ਼ਬਦ ਕੇ ਧਰੋ ਪਿਰਾਮੂ। ਆਪ ਜੀ ਬੜੇ ਸੁੰਦਰ ਨਾਮ ਮਹਾਂਪੁਰਸ਼ਾਂ ਦੇ ਸ਼ਬਦਾਂ ਦੇ ਅਖੀਰ ਵਿੱਚ ਬੋਲ ਰਹੇ ਹੋ। ਹਾਂਜੀ, ਦੀਖਤ ਇਹ ਭਗਤ ਮਹਿ ਕੋਈ। ਮਹਾਰਾਜ ਆਵਾਜ਼ ਵੀ ਬਦਲ ਜਾਂਦੀ ਹੈ, ਸੁਰ ਵੀ ਬਦਲ ਜਾਂਦੀ ਹੈ, ਪਰ ਨਜ਼ਰ ਨਹੀਂ ਆਉਂਦਾ ਭਗਤਾਂ ਦਾ, ਸਰੂਪ ਨਹੀਂ ਦਿਸਦਾ। ਕਬੀਰ ਜੀ ਦਿਸਦੇ ਨਹੀਂ, ਆਵਾਜ਼ ਆਉਂਦੀ ਹੈ ਮੈਂ ਲਿਖਦਾ। ਰਵਿਦਾਸ ਜੀ ਦਿਸਦੇ ਨਹੀਂ, ਆਵਾਜ਼ ਆਉਂਦੀ ਹੈ ਮੈਂ ਬਾਣੀ ਲਿਖਦਾ। ਨਾਮਦੇਵ ਜੀ ਮਹਾਰਾਜ ਦੇ ਵੀ ਦਰਸ਼ਨ ਨਹੀਂ ਹੁੰਦੇ, ਪਰ ਬਾਣੀ ਉਹਨਾਂ ਦੀ ਸੁਣਾਈ ਦਿੰਦੀ ਹੈ ਮੈਂ ਲਿਖਦਾ। ਇੱਦਾਂ ਬਾਕੀ ਤਰਲੋਚਨ ਜੀ, ਬੇਣੀ ਜੀ ਆਦਿ ਭਗਤਾਂ ਦੀ ਆਵਾਜ਼ ਤਾਂ ਸੁਣਾਈ ਦਿੰਦੀ ਹੈ, ਪਰ ਉਹਨਾਂ ਦੇ ਦਰਸ਼ਨ ਨਹੀਂ ਹੁੰਦੇ, ਉਹ ਦਿਸਦੇ ਨਹੀਂ ਸਾਨੂੰ। ਹਾਂਜੀ, ਸ੍ਰੀ ਗੁਰੂ ਜੀ ਸੰਸਾਰ ਦੇਹੁ ਖੋਈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਗੁਰੂ ਜੀ ਕਿਰਪਾ ਕਰੋ, ਮੇਰੇ ਮਨ ਦਾ ਸੰਸਾ ਖੋ, ਸੰਸਾ ਨਾਸ ਕਰੋ। ਮੈਨੂੰ ਇਹ ਸ਼ੰਕਾ ਪਿਆ ਹੈ ਵੀ ਭਗਤ ਜੇ ਬੋਲ ਰਹੇ ਨੇ ਤਾਂ ਦਿਸਦੇ ਕਿਉਂ ਨਹੀਂ ਹਨ। ਸ੍ਰੀ ਅਰਜਨ ਤਬ ਬਾਕ ਬਖਾਨੇ। ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਦੀ ਬੇਨਤੀ ਸੁਣ ਕੇ ਬੋਲੇ, ਜੇ ਚਿਤ ਚਾਹਤ ਇਸ ਕਹੋ ਜਾਣੇ। ਹੇ ਭਾਈ ਗੁਰਦਾਸ ਜੀ, ਜੇ ਤੁਸੀਂ ਇਸ ਗੱਲ ਨੂੰ ਸਮਝਣਾ ਚਾਹੁੰਦੇ ਹੋ, ਇਸ ਭੇਦ ਨੂੰ ਸਮਝਣਾ ਚਾਹੁੰਦੇ ਹੋ, ਜਾਣਨਾ ਚਾਹੁੰਦੇ ਹੋ ਵੀ ਭਗਤਾਂ ਦਾ ਸਰੂਪ ਕੈਸਾ ਹੈ, ਉਹਨਾਂ ਭਗਤਾਂ ਦੇ ਦਰਸ਼ਨ ਕਰਨੇ ਚਾਹੁੰਦੇ ਹੋ। ਹਾਂਜੀ, ਜੋ ਤਬ ਸਮੈ ਆਗਮਨ ਕੇਰੋ। ਤਾਂ ਅੰਮ੍ਰਿਤ ਵੇਲੇ ਜਿਹੜਾ ਤੁਹਾਡਾ ਰੋਜ਼ ਸਾਡੇ ਕੋਲ ਆਉਣ ਦਾ ਟਾਈਮ ਹੈ, ਯਾਨੀ ਜਿੰਨੇ ਸਮੇਂ ਤੇ ਰੋਜ਼ ਤੁਸੀਂ ਸਾਡੇ ਦਰਬਾਰ ਵਿੱਚ ਹਾਜ਼ਰ ਹੁੰਦੇ ਹੋ, ਸੁਨ ਪ੍ਰਾਤ ਤੋਂ ਘਟਕਾ ਆਓ ਅਗੇਰੋ। ਉਸ ਤੋਂ 2 ਘੜੀਆਂ ਪਹਿਲਾਂ ਆ ਜਾਇਆ ਜੀ। ਯਾਨੀ ਜੇ ਸਵੇਰੇ 6 ਵਜੇ ਆਉਂਦੇ ਹੋ ਤਾਂ 5 ਵਜੇ ਆ ਜਾਇਆ ਜੀ। ਘੰਟਾ ਪੌਣਾ ਘੰਟਾ ਪਹਿਲਾਂ, ਰੂਟੀਨ ਤੋਂ ਪਹਿਲੇ ਆਇਆ ਜੇ, ਫਿਰ ਤੁਹਾਨੂੰ ਦਰਸ਼ਨ ਵੀ ਕਰਾ ਦੇਵਾਂਗੇ। ਹਾਂਜੀ, ਤਬ ਸੰਸਾ ਤਬ ਹੋਏ ਬਿਨਾਸ਼ੀ। ਉਦੋਂ ਤੁਹਾਡਾ ਸੰਸਾ ਮਿਟ ਜਾਏਗਾ ਭਾਈ ਗੁਰਦਾਸ ਜੀ। ਤੁਹਾਨੂੰ ਮਹਾਂਪੁਰਸ਼ਾਂ ਦੇ ਭਗਤਾਂ ਦੇ ਦਰਸ਼ਨ ਵੀ ਕਰਾ ਦੇਵਾਂਗੇ। ਸੁਨ ਗੁਰਦਾਸ ਲਹਿਓ ਸੁਖ ਰਾਸੀ। ਸੁਣ ਕੇ ਭਾਈ ਗੁਰਦਾਸ ਜੀ ਬੜੇ ਖੁਸ਼ ਹੋਏ, ਬਹੁਤ ਸੁਖ ਪ੍ਰਾਪਤ ਕੀਤਾ ਵੀ ਮੈਨੂੰ ਮਹਾਂਪੁਰਸ਼ਾਂ ਦੇ ਭਗਤਾਂ ਦੇ ਪ੍ਰਤੱਖ ਦਰਸ਼ਨ ਹੋਣਗੇ। ਵਹਿਰਕ ਨਾਥ ਕਿਤਕ ਥਲ ਤਿਆਗਾ। ਸਾਧ ਸੰਗਤ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੋ ਤੰਬੂ ਸੀ, ਉਹਦੇ ਆਲੇ ਦੁਆਲੇ ਜਿਹੜੀ ਕਨਾਤ ਲੱਗੀ ਸੀ, ਉਹਦੇ ਨਾਲੋਂ ਥੋੜੀ ਜਿਹੀ ਵਿੱਥ ਤੇ, ਯਾਨੀ 5-10 ਫੁੱਟ ਪਰੇ ਜਾ ਕੇ ਤਹ ਭਾਈ ਕੋ ਤੰਬੂ ਲਾਗਾ। ਭਾਈ ਗੁਰਦਾਸ ਜੀ ਦਾ ਤੰਬੂ ਵੀ ਨੇੜੇ ਹੀ ਲੱਗਾ ਸੀ। ਇੱਕ ਤੰਬੂ 'ਚ ਮਹਾਰਾਜ ਦਾ ਵਾਸਾ ਸੀ, ਦੂਸਰੇ ਤੰਬੂ 'ਚ ਭਾਈ ਗੁਰਦਾਸ ਜੀ ਦਾ ਵਾਸਾ ਸੀ। ਇਸ ਤਰ੍ਹਾਂ ਤੰਬੂ ਲੱਗੇ ਹੋਏ ਸਨ। ਲਿਖਣ ਸਮੇਂ ਹਜ਼ੂਰ ਚਲ ਆਵਹਿ। ਜਦੋਂ ਗੁਰਬਾਣੀ ਲਿਖਣੀ ਹੁੰਦੀ ਸੀ, ਲਿਖਣ ਵਾਲੇ ਤੰਬੂ 'ਚ ਆ ਜਾਂਦੇ ਸਨ, ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਬੈਠ ਜਾਂਦੇ ਸਨ। ਫਿਰ ਭਾਈ ਗੁਰਦਾਸ ਜੀ ਲਿਖਣਾ ਸ਼ੁਰੂ ਕਰ ਦਿੰਦੇ ਸਨ। ਹਾਂਜੀ, ਨਾਤਰ ਤਿਸ ਮਹਿ ਦਿਵਸ ਬਿਤਾਵਹਿ। ਨਹੀਂ ਤਾਂ ਆਪਣੇ ਤੰਬੂ ਵਿੱਚ ਸਮਾਂ ਬਤੀਤ ਕਰਦੇ ਸਨ। ਬੜੇ ਸਹਿਨਸ਼ੀਲਤਾ ਵਾਲੇ, ਬੜੇ ਧੀਰਜ ਵਾਲੇ, ਬੜੇ ਠੰਡੇ ਸੁਭਾਅ ਵਾਲੇ ਔਰ ਭਗਤੀ ਭਾਵਨਾ ਸ਼ਰਧਾ ਵਾਲੇ, ਗਿਆਨ ਵਾਲੇ ਭਾਈ ਗੁਰਦਾਸ ਜੀ ਹੋਏ ਹਨ। ਬਹੁਤ ਵੱਡੇ ਵਿਦਵਾਨ, ਉਹਨਾਂ ਨੂੰ ਵੇਦ ਵਿਆਸ ਦਾ ਰੁਤਬਾ ਪ੍ਰਾਪਤ ਹੈ ਗੁਰੂ ਘਰ ਵਿੱਚ। ਐਸੇ ਮਹਾਨ ਮਹਾਂਪੁਰਸ਼ ਭਾਈ ਗੁਰਦਾਸ ਜੀ ਆਪਣੇ ਤੰਬੂ ਵਿੱਚ ਨਿਵਾਸ ਕਰਦੇ ਸਨ। ਸੁਨ ਸਤਿਗੁਰ ਕੇ ਬਾਕ ਅਛੇਰੇ। ਜਦੋਂ ਮਹਾਰਾਜ ਨੇ ਕਿਹਾ ਵੀ ਕੱਲ ਨੂੰ ਜਰਾ ਸਵਖਤੇ ਆ ਜਾਇਆ ਜੇ, ਘੰਟਾ ਕੁ ਪਹਿਲਾਂ, 2 ਘੜੀਆਂ ਪਹਿਲਾਂ ਆ ਜਾਇਆ ਜੇ, ਇਹ ਬਚਨ ਸੁਣ ਕੇ ਤਬ ਭਾਈ ਗਮਨਿਓ ਨਿਜ ਡੇਰੇ। ਮਹਾਰਾਜ ਸਾਹਿਬ ਨੂੰ ਮੱਥਾ ਟੇਕ ਕੇ ਰਾਤ ਨੂੰ ਆਪਣੇ ਤੰਬੂ ਵਿੱਚ ਚਲੇ ਗਏ ਭਾਈ ਗੁਰਦਾਸ ਜੀ। ਸੁਪਤ ਜਥਾ ਸੁਖ ਨਿਸਾ ਬਿਤਾਈ। ਭਾਈ ਗੁਰਦਾਸ ਜੀ ਨੇ ਰੂਟੀਨ ਦੀ ਤਰ੍ਹਾਂ, ਰੋਜ਼ ਦੀ ਤਰ੍ਹਾਂ ਅੱਜ ਵੀ ਸੁਖ ਨਾਲ ਸੌਂ ਕੇ ਰਾਤ ਬਤੀਤ ਕੀਤੀ ਹੈ। ਜਿੰਨਾ ਸਮਾਂ ਆਰਾਮ ਕਰਨਾ ਸੀ, 2-4 ਘੰਟੇ ਰਾਤ ਨੂੰ ਸੌਣਾ ਹੀ ਹੁੰਦਾ।
ਇੰਨਾ ਸਮਾਂ ਭਾਈ ਸਾਹਿਬ ਜੀ ਰਾਤ ਨੂੰ ਸੁੱਤੇ। ਹਾਂਜੀ। ਰਹੀ ਜਾਮ ਕੀ ਸੋਚ ਬਨਾਈ। ਔਰ ਜਦੋਂ ਸਵਾ ਪਹਿਰ ਰਾਤ ਰਹਿ ਗਈ, ਯਾਨੀ ਅੰਮ੍ਰਿਤ ਵੇਲੇ ਦੇ 2:30-3 ਵਜੇ ਦਾ ਸਮਾਂ ਹੋਇਆ, ਭਾਈ ਸਾਹਿਬ ਜੀ ਉੱਠੇ। ਗੁਰੂ ਸਾਹਿਬ ਵੀ ਇੰਨੇ ਵਜੇ ਉੱਠਦੇ ਸਨ, ਪੁਰਾਤਨ ਸਿੱਖ ਸਾਰੇ ਹੀ ਇੰਨੇ ਵਜੇ ਉੱਠਦੇ ਸਨ। 2:30-3 ਵਜੇ ਉੱਠ ਕੇ ਘੱਟੋ ਘੱਟ ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਨਾਮ ਸਿਮਰਨ ਕਰਨਾ ਅੰਮ੍ਰਿਤ ਵੇਲੇ ਦੀ ਬਹੁਤ ਵੱਡੀ ਮਹਾਨਤਾ ਸੀ। ਪਿਛਲ ਰਾਤ ਨਾ ਜਾਗੇ ਹੋਏ ਜੀਵਨ ਰੋਏ ਮੋਏ ਹੋਏ। ਜੇ ਤੂੰ ਪਿਛਲੀ ਰਾਤੇ ਨਹੀਂ ਜਾਗਿਆ, ਅੰਮ੍ਰਿਤ ਵੇਲਾ ਨਹੀਂ ਸੰਭਾਲਿਆ, ਤੇ ਜਿਉਂਦਾ ਹੀ ਮਰ ਗਿਆ। ਇਹਦਾ ਬਚਨ ਬਾਣੀ 'ਚ ਲਿਖੇ ਹਨ। ਜੇ ਤਾਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਹੋਏ। ਜੇ ਤੂੰ ਰੱਬ ਨੂੰ ਵਿਸਾਰ ਦਿੱਤਾ, ਰੱਬ ਤਾਂ ਤੈਨੂੰ ਦੇਖ ਰਿਹਾ ਹੈ ਨਾ। ਇਸ ਕਰਕੇ ਅੰਮ੍ਰਿਤ ਵੇਲਾ ਸੰਭਾਲ। ਇਹ ਮਹਾਰਾਜ ਆਪ ਵੀ ਸੱਚੇ ਪਾਤਸ਼ਾਹ ਜੀ ਤੇ ਪਹਿਰਾ ਦਿੰਦੇ ਸਨ। ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਜੀ ਉੱਠੇ। ਉਧਰੋਂ ਭਾਈ ਗੁਰਦਾਸ ਜੀ ਵੀ ਆਪਣੇ ਤੰਬੂ ਵਿੱਚੋਂ ਉੱਠ ਕੇ ਇਸ਼ਨਾਨ ਕੀਤਾ ਹੈ। ਹਾਂਜੀ। ਗੁਰ ਟਿਕ ਪਹੁੰਚਣ ਸਮੇਂ ਲਖਾਇਓ। ਆਪਣਾ ਨਿਤ ਕਰਮ ਕਰਕੇ ਜਦੋਂ ਗੁਰੂ ਸਾਹਿਬ ਦੇ ਕੋਲ ਜਾਣ ਦਾ ਸਮਾਂ ਹੋਇਆ, ਹਾਂਜੀ, ਦਵਾ ਘਟਕਾ ਆਗੇ ਚਲ ਆਇਓ। 2 ਘੜੀਆਂ ਪਹਿਲਾਂ ਭਾਈ ਸਾਹਿਬ ਜੀ ਆ ਗਏ। ਮਹਾਰਾਜ ਨੇ ਕਿਹਾ ਸੀ ਜਰਾ ਪਹਿਲਾਂ ਆ ਜਾਈਂ, ਫਿਰ ਤੈਨੂੰ ਭਗਤਾਂ ਦੇ ਦਰਸ਼ਨ ਹੋ ਜਾਣਗੇ। ਯਾਨੀ ਜਦੋਂ ਭਾਈ ਸਾਹਿਬ ਰੋਜ਼ ਆਉਂਦੇ ਸੀ ਜਿਹੜੇ ਟਾਈਮ ਤੇ, ਉਸ ਤੋਂ 2 ਘੜੀਆਂ ਪਹਿਲਾਂ, ਲਗਭਗ 45 ਮਿੰਟ ਜਾਂ ਪੌਣਾ ਘੰਟਾ ਕਹਿ ਲਓ, ਘੰਟਾ ਕਹਿ, ਇੰਨਾ ਕੁ ਟਾਈਮ ਭਾਈ ਸਾਹਿਬ ਪਹਿਲਾਂ ਚੱਲ ਪਏ। ਸੱਚੇ ਪਾਤਸ਼ਾਹ ਜੀ ਦੇ ਤੰਬੂ ਵੱਲ ਵਧੇ। ਹਾਂਜੀ। 3 ਛਿਨ ਸਤਿਗੁਰ ਕੇ ਚੌਹ ਦਿਸ਼ ਮੈਂ। ਜਦੋਂ ਭਾਈ ਗੁਰਦਾਸ ਜੀ ਗੁਰੂ ਮਹਾਰਾਜ ਦੇ ਤੰਬੂ ਦੇ ਦਰਵਾਜ਼ੇ ਤੇ ਪਹੁੰਚੇ ਨੇ, ਉੱਥੇ ਬੜਾ ਆਸ਼ਚਰਜ ਹੀ ਕੌਤਕ ਵੇਖਿਆ ਹੈ। ਰਾਮਸਰ ਸਾਹਿਬ ਮਹਾਰਾਜ ਦਾ ਜਿੱਥੇ ਤੰਬੂ ਲੱਗਾ ਸੀ, ਤੰਬੂ ਦੇ ਅੰਦਰ ਗੁਰੂ ਅਰਜਨ ਦੇਵ ਜੀ 5ਵੇਂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਬਿਰਾਜੇ ਹਨ, ਚੌਂਕੜਾ ਲਾ ਕੇ, ਤੇ ਉਹਨਾਂ ਦੇ ਆਲੇ ਦੁਆਲੇ ਚਰਚਾ ਕਰਤ ਭਗਤ ਪ੍ਰਭ ਰਸ ਮੈਂ। ਪਰਮੇਸ਼ਰ ਦੇ ਪਿਆਰੇ 15 ਭਗਤ ਬੈਠੇ ਚਰਚਾ ਕਰ ਰਹੇ ਹਨ। ਕਿਹੜੇ ਕਿਹੜੇ ਭਗਤ ਹਨ? ਸਾਰਿਆਂ ਦੇ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਬੈਠੇ ਹਨ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਸਦਨਾ ਜੀ, ਪੀਪਾ ਜੀ, ਸੈਣ ਜੀ, ਜੈਦੇਵ ਜੀ, ਤਰਲੋਚਨ ਜੀ, ਬੇਣੀ ਜੀ, ਸੂਰਦਾਸ ਜੀ, ਰਾਮਾਨੰਦ ਜੀ, ਪਰਮਾਨੰਦ ਜੀ। ਇਹ ਸਾਰੇ ਭਗਤ ਮਹਾਂਪੁਰਸ਼ ਗੁਰੂ ਅਰਜਨ ਦੇਵ ਜੀ ਦੇ ਆਲੇ ਦੁਆਲੇ ਘੇਰਾ ਕੱਤੀ ਬੈਠੇ ਹਨ। ਹਾਂਜੀ। ਸਹਿਮ ਰਹਿਓ ਠਾਂਡੋ ਤਿਸ ਥਾਈ। ਭਾਈ ਗੁਰਦਾਸ ਜੀ ਦਰਵਾਜ਼ੇ 'ਚ ਹੀ ਖੜ ਗਏ, ਠਠੰਬਰ ਗਏ, ਸਹਿਮ ਗਏ। ਇੰਨਾ ਪ੍ਰਕਾਸ਼ ਸੀ, ਇੰਨਾ ਤੇਜ ਸੀਗਾ ਕਿ ਤੰਬੂ ਦੇ ਵਿੱਚ ਵੜਨ ਦੀ ਜ਼ਰੂਰਤ ਨਹੀਂ ਪਈ। ਇੰਨਾ ਹੌਸਲਾ ਨਹੀਂ ਪਿਆ ਵੀ ਮੈਂ ਤੰਬੂ ਦੇ ਅੰਦਰ ਵੜ ਜਾਵਾਂ, ਕਿਉਂਕਿ ਬਹੁਤ ਵੱਡੀਆਂ ਹਸਤੀਆਂ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਕਿਹਾ ਜਾ ਸਕਦਾ ਹੈ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਉਹ ਮਹਾਂਪੁਰਸ਼ ਜਿਹੜੇ ਤੋਈ ਮੋਈ ਮੋਈ ਤੋਈ ਅੰਤਰ ਕੈਸਾ, ਅਕਾਲ ਪੁਰਖ ਨਾਲ ਇੱਕਮਿਕ ਹੋ ਚੁੱਕੇ, ਉਹ ਗੁਰੂ ਅਰਜਨ ਦੇਵ ਜੀ ਦੇ ਆਲੇ ਦੁਆਲੇ ਬੈਠੇ ਹਨ। ਭਗਤ ਕਬੀਰ ਜੀ ਬੜੀ ਭਾਵਨਾ ਨਾਲ ਬਚਨ ਕਰ ਰਹੇ ਨੇ, ਗੁਰੂ ਅਰਜਨ ਦੇਵ ਜੀ ਸੁਣ ਰਹੇ ਨੇ। ਫਿਰ ਨਾਮਦੇਵ ਜੀ ਬੋਲਦੇ ਨੇ, ਫਿਰ ਰਵਿਦਾਸ ਜੀ ਬੋਲਦੇ ਨੇ। ਗੁਰੂ ਸਾਹਿਬ ਉਹਨਾਂ ਨਾਲ ਬਚਨ ਬਿਲਾਸ ਕਰਦੇ। ਬੜਾ ਅਗੰਮੀ ਨਜ਼ਾਰਾ ਹੈ। ਇਸ ਕੌਤਕ ਨੂੰ ਦੇਖ ਕੇ ਭਾਈ ਗੁਰਦਾਸ ਜੀ ਸਹਿਮ ਗਏ ਤੇ ਦਰਵਾਜ਼ੇ ਵਿੱਚ ਹੀ ਖੜ ਗਏ। ਹਾਂਜੀ। ਜਹਦਰ ਹੋਤੋ ਆਏ ਬੇ ਜਾਈ। ਜਿਹੜਾ ਦਰਵਾਜ਼ਾ ਆਉਣ ਜਾਣ ਦਾ ਸੀ, ਯਾਨੀ ਤੰਬੂ 'ਚ ਵੜਨ ਤੇ ਬਾਹਰ ਜਾਣ ਦੀ ਜਿਹੜੀ ਥਾਂ ਸੀਗੀ, ਜਿਹੜਾ ਤੰਬੂ ਦਾ ਬੂਹਾ ਸੀ, ਉੱਥੇ ਖੜ ਗਏ। ਹਾਂਜੀ। ਉੱਠੇ ਭਗਤ ਨੇ ਜੇ ਸਦਨ ਸਦੈਬੈ। ਭਾਈ ਸਾਹਿਬ ਬਾਹਰ ਹੀ ਖੜਦੇ ਸੁਣਦੇ ਰਹੇ ਬਚਨ ਬਿਲਾਸ। ਫਿਰ ਸਾਧ ਸੰਗਤ ਜੀ ਕੁਝ ਸਮੇਂ ਬਾਅਦ ਭਗਤ ਉੱਠੇ ਤੇ ਆਪਣੇ ਵਾਪਸ ਸੱਚਖੰਡ ਨੂੰ ਜਾਣ ਲੱਗੇ ਹਨ। ਹਾਂਜੀ। ਸਭ ਗੁਰਦਾਸ ਸਰਬਦਰ ਸਹਿਬੇ। ਭਾਈ ਗੁਰਦਾਸ ਜੀ ਸਾਰਿਆਂ ਦੇ ਦਰਸ਼ਨ ਕਰਨ ਲਈ ਇੱਕ ਸਾਈਡ ਤੇ ਹੋ ਗਏ ਨੇ ਵੀ ਇੱਥੋਂ ਮਹਾਂਪੁਰਸ਼ਾਂ ਨੇ ਲੰਘਣਾ। ਭਾਈ ਸਾਹਿਬ ਜੀ ਨਾ ਹੱਥ ਜੁੜੇ ਹੋਏ, ਭਗਤੀ ਦੇ ਵਿੱਚ ਭਿੱਜੇ ਹੋਏ, ਅੱਖਾਂ ਵਿੱਚ ਬੈਰਾਗ ਦਾ ਜਲ ਹੈ, ਸਰੀਰ ਦੇ ਰੋਮ ਖੜੇ ਹੋ ਗਏ ਨੇ ਕਿ ਮੇਰੇ ਭਾਗ ਕਿੰਨੇ ਚੰਗੇ ਆ ਕਿ ਮੈਂ ਪਰਮੇਸ਼ਰ ਦੇ ਭਗਤਾਂ ਦੇ ਦਰਸ਼ਨ ਕਰ ਰਿਹਾ ਹਾਂ, ਜਿਹੜੇ ਅਕਾਲ ਪੁਰਖ ਨਾਲ ਇੱਕਮਿਕ ਹੋ ਚੁੱਕੇ 15 ਭਗਤ ਸੱਚਖੰਡ ਤੋਂ ਆਏ ਨੇ।
ਧਰਤੀ ਤੇ ਜਿਨ੍ਹਾਂ ਦੇ ਦਰਸ਼ਨ ਮਨੁੱਖ ਮਾਤਰ ਨੂੰ ਹੁਣ ਨਹੀਂ ਹੋ ਸਕਦੇ, ਮੈਨੂੰ ਹੋ ਰਹੇ ਨੇ, ਪ੍ਰਤੱਖ ਦਰਸ਼ਨ ਹੋ ਰਹੇ ਨੇ। ਭਾਈ ਸਾਹਿਬ ਪ੍ਰੇਮ ਦੇ ਪੁਤਲੇ ਬਣੇ, ਉਸ ਤੰਬੂ ਦੇ ਬੂਹੇ ਦੇ ਇੱਕ ਪਾਸੇ ਹੋ ਗਏ ਹਨ। ਹਾਂਜੀ, ਭਗਤ ਕਬੀਰ ਆਦਿ ਜੇ ਸਗਰੇ, ਹੁਣ ਤੰਬੂ ਚੋਂ ਬਾਹਰ ਨਿਕਲੇ ਹਨ ਭਗਤ ਜਨ। ਸਭ ਤੋਂ ਅੱਗੇ ਹਨ ਜਥੇਦਾਰ ਭਗਤ ਕਬੀਰ ਸਾਹਿਬ ਜੀ ਮਹਾਰਾਜ। ਹਾਂਜੀ, ਦੇਖਤ ਜਾਣੇ ਅਬ ਇਹ ਡਗਰੇ, ਉਹਨਾਂ ਦੇ ਪਿੱਛੇ ਨਾਮਦੇਵ ਜੀ, ਫਿਰ ਰਵਿਦਾਸ ਜੀ ਤੇ ਬਾਕੀ ਭਗਤ ਬਾਹਰ ਜਾਣ ਲੱਗੇ ਹਨ। ਹਾਂਜੀ, ਧਾਏ ਪਰਿਓ ਚਰਨ ਸਭ ਹੀ ਕੇ, ਭਾਈ ਗੁਰਦਾਸ ਜੀ ਦੌੜ ਕੇ ਗਏ ਅੱਗੇ ਤੇ ਸਾਰਿਆਂ ਭਗਤਾਂ ਦੇ ਚਰਨਾਂ ਦੇ ਦੌੜ ਕੇ ਮੱਥਾ ਟੇਕਦਾ, ਲੰਮੇ ਹੀ ਪੈ ਗਏ ਚਰਨਾਂ 'ਚ। ਮਹਾਰਾਜ ਮੈਨੂੰ ਆਪਣੇ ਚਰਨਾਂ ਦੀ ਧੂੜੀ ਮੱਥੇ ਲਾਣ ਲੈਣ ਦਿਓ, ਧੰਨ ਭਾਗ ਮੇਰੇ ਦਰਸ਼ਨ ਹੋਏ ਮੈਨੂੰ ਆਪ ਜੀ ਦੇ। ਤੋ ਇਸ ਤਰ੍ਹਾਂ ਭਗਤਾਂ ਨੂੰ ਭਾਈ ਗੁਰਦਾਸ ਜੀ ਨੇ ਮੱਥਾ ਟੇਕਿਆ ਹੈ। ਹਾਂਜੀ, ਜੋਰ ਹਾਥ ਬੰਧਨ ਕਰ ਨੀਕੇ, ਦੋਵੇਂ ਹੱਥ ਜੋੜ ਕੇ ਭਗਤ ਕਬੀਰ ਜੀ ਦੇ ਚਰਨਾਂ 'ਚ ਭਾਈ ਗੁਰਦਾਸ ਜੀ ਨੇ ਨਮਸਕਾਰ ਕੀਤੀ। ਨਾਮਦੇਵ ਜੀ ਦੇ ਚਰਨਾਂ ਵਿੱਚ, ਰਵਿਦਾਸ ਜੀ ਦੇ ਚਰਨਾਂ ਵਿੱਚ, ਸਦਨਾ ਜੀ ਦੇ ਚਰਨਾਂ ਵਿੱਚ, ਪੀਪਾ ਜੀ ਦੇ ਚਰਨਾਂ, ਜਿੰਨੇ ਮਹਾਂਪੁਰਸ਼ 15 ਭਗਤ ਸੀਗੇ, ਸਾਰਿਆਂ ਭਗਤਾਂ ਨੂੰ ਭਾਈ ਗੁਰਦਾਸ ਜੀ ਮੱਥਾ ਟੇਕਿਆ ਹੈ। ਹਾਂਜੀ, ਤਬ ਸਭ ਭਗਤਨ ਇਸ ਕੋ ਬੰਦਿਓ, ਤੇ ਉਹਨਾਂ ਭਗਤਾਂ ਨੇ ਵੀ ਨਾ ਹੱਥ ਜੋੜ ਕੇ ਭਾਈ ਗੁਰਦਾਸ ਜੀ ਨੂੰ ਅਭਿਵੰਦਨ ਕੀਤੀ ਕਿ ਭਗਤ ਜੀ, ਭਾਈ ਗੁਰਦਾਸ ਜੀ ਤੁਸੀਂ ਵੀ ਕੋਈ ਘੱਟ ਨਹੀਂ ਹੋ, ਤੁਸੀਂ ਵੀ ਮਹਾਨ ਹੋ, ਜਿਹੜੇ ਪਰਮੇਸ਼ਰ ਦੀ ਬਾਣੀ ਲਿਖਣ ਲੱਗੇ ਹੋ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲਿਖਾਰੀ ਹੋ ਤੁਸੀਂ, ਤੁਹਾਡੀ ਬੰਦਗੀ ਨੂੰ ਨਮਸਕਾਰ ਹੈ, ਤੁਹਾਡੀ ਘਾਲਣਾ ਨੂੰ ਨਮਸਕਾਰ ਹੈ। ਇੱਦਾਂ ਭਗਤਾਂ ਨੇ ਵੀ, ਕਿਉਂਕਿ ਗੁਰੂ ਘਰ ਵਿੱਚ ਸਾਧ ਸੰਗਤ ਜੀ ਪਰਸਪਰ ਇੱਕ ਦੂਜੀ ਦਾ ਸਤਿਕਾਰ ਕਰਨਾ ਸਿਖਾਇਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਰੀਤੀ ਦੱਸੀ ਹੈ, ਭਾਈ ਇੱਕ ਦੂਜੀ ਦਾ ਸਤਿਕਾਰ ਕਰੋ, ਗੁਰੂ ਦੇ ਸਿੱਖ ਸਮਝ ਕੇ, ਗੁਰੂ ਦਾ ਰੂਪ ਸਮਝ ਕੇ, ਪਰਮੇਸ਼ਰ ਦੇ ਪਿਆਰੇ ਸਮਝ ਕੇ। ਭਾਈ ਗੁਰਦਾਸ ਨੇ ਜੀ ਨੇ ਤਾਂ ਮੱਥਾ ਤਾਂ ਟੇਕਿਆ ਵੀ ਇਹ 15 ਭਗਤ ਬੜੇ ਉੱਚੇ ਸੱਚਖੰਡ ਤੋਂ ਆਏ ਬਾਣੀ ਲਿਖਾਉਣ ਵਾਸਤੇ, ਤੇ ਉਹਨਾਂ 15 ਨੇ ਭਾਈ ਗੁਰਦਾਸ ਜੀ ਨੂੰ ਨਮਸਕਾਰ ਇਸ ਕਰਕੇ ਕੀਤੀ ਵੀ ਇਹ ਵੀ ਕੋਈ ਘੱਟ ਨਹੀਂ ਜਿਹੜਾ ਗੁਰਬਾਣੀ ਲਿਖ ਰਿਹਾ ਹੈ। ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ, ਧੰਨ ਸੋ ਭਾਂਡਾ ਕਲਮ ਧਨ, ਧੰਨ ਸੋ ਭਾਂਡਾ ਕਲਮ ਧਨ, ਧਨ ਭਾਂਡਾ ਧਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਸੋ ਉਹ ਕਲਮ, ਧੰਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਉਹ ਕਾਗਦ ਧਨ ਹੈ, ਉਹ ਕਲਮ ਧਨ ਹੈ, ਮਸ ਕਹਿੰਦੇ ਨੇ ਸਿਆਹੀ ਨੂੰ, ਉਹ ਸਿਆਹੀ ਦੀ ਦਵਾਤ ਵੀ ਧਨ ਹੈ। ਜਿਸ ਕਲਮ ਨਾਲ ਗੁਰੂ ਗ੍ਰੰਥ ਸਾਹਿਬ ਲਿਖਿਆ ਉਹ ਕਲਮ ਧਨ ਹੈ, ਜਿਹੜੇ ਕਾਗਜ਼ਾਂ ਤੇ ਗੁਰੂ ਗ੍ਰੰਥ ਸਾਹਿਬ ਲਿਖਿਆ ਉਹ ਕਾਗਜ਼ ਵੀ ਧਨ ਹਨ। ਜਿਹੜੀ ਸਿਆਹੀ ਨਾਲ ਗੁਰੂ ਗ੍ਰੰਥ ਸਾਹਿਬ ਲਿਖਿਆ ਉਹ ਸਿਆਹੀ ਧਨ ਹੈ। ਧੰਨ ਲਿਖਾਰੀ ਨਾਨਕਾ, ਉਹ ਲਿਖਾਰੀ ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਵਰਗੇ ਧਨ ਹਨ, ਜਿਨ ਨਾਮ ਲਿਖਾਇਆ ਸੱਚ, ਜਿਨ੍ਹਾਂ ਨੇ ਧੁਰ ਕੀ ਬਾਣੀ ਲਿਖੀ ਹੈ। ਹਾਂਜੀ, ਕੁਸ਼ਲ ਪ੍ਰਸ਼ਨ ਤੇ ਅਧਿਕ ਆਨੰਦਿਓ, ਸਾਧ ਸੰਗਤ ਜੀ ਭਗਤਾਂ ਨੇ ਹਾਲ ਚਾਲ ਪੁੱਛਿਆ ਭਾਈ ਗੁਰਦਾਸ ਦਾ, ਤੇ ਭਾਈ ਗੁਰਦਾਸ ਤਾਂ ਪ੍ਰੇਮ ਦੀ ਮੂਰਤੀ ਬੜੇ ਹੱਥ ਜੁੜੇ ਹੋਏ ਤੇ ਕੰਬੀ ਜਾਂਦੇ ਡਰ ਦੇ ਨਾਲ ਵੀ ਕਿੱਡੇ ਵੱਡੇ ਮਹਾਂਪੁਰਸ਼ਾਂ ਦੇ ਸਾਹਮਣੇ ਖੜਾ ਮੈਂ, ਤੇ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਨਾਲ ਸਭ ਠੀਕ ਹੈ। ਤੇ ਭਗਤ ਜੀ, ਭਗਤ ਕਬੀਰ ਜੀ ਕਹਿੰਦੇ ਲਿਖੋ ਬਾਣੀ, ਅਸੀਂ ਤੁਹਾਡੇ ਅੰਗ ਸੰਗ ਰਹਾਂਗੇ, ਪਰਮੇਸ਼ਰ ਤੁਹਾਡੇ ਅੰਗ ਸੰਗ ਰਹੇਗਾ। ਹਾਂਜੀ, ਨਿਜ ਨਿਜ ਨਾਮ ਸੁਨਾਵਨ ਕਰਿਓ, ਤੇ ਭਗਤਾਂ ਨੇ ਆਪਣੇ ਨਾਮ ਵੀ ਦੱਸੇ ਵੀ ਅਸੀਂ ਕੌਣ ਆ। ਭਗਤ ਕਬੀਰ ਜੀ ਨੇ ਆਪਣਾ ਨਾਂ ਦੱਸਿਆ ਕਿ ਮੈਨੂੰ ਕਬੀਰ ਕਹਿੰਦੇ ਹਨ। ਭਗਤ ਨਾਮਦੇਵ ਜੀ ਨੇ ਆਪਣਾ ਨਾਮ ਦੱਸਿਆ ਕਿ ਇਸ ਸਰੀਰ ਨੂੰ ਨਾਮਦੇਵ ਕਹਿੰਦੇ ਹਨ। ਇੱਦਾਂ ਸਾਰਿਆਂ ਭਗਤਾਂ ਨੇ ਆਪਣਾ ਆਪਣਾ ਪਰਿਚੈ ਭਾਈ ਗੁਰਦਾਸ ਨੂੰ ਦਿੱਤਾ, ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿਹੜੇ ਕਿਹੜੇ ਭਗਤਾਂ ਦਾ ਕੈਸਾ ਕੈਸਾ ਸਰੂਪ ਸੀਗਾ। ਭਾਈ ਸਾਹਿਬ ਚਾਹੁੰਦੇ ਸੀ ਨਾ ਵੀ ਦਰਸ਼ਨ ਹੋਣ ਪ੍ਰਤੱਖ। ਪਹਿਲਾਂ ਦਰਸ਼ਨ ਨਹੀਂ ਸੀ ਹੁੰਦੇ, ਆਵਾਜ਼ ਆਉਂਦੀ ਸੀ। ਭਾਈ ਸਾਹਿਬ ਸੁਣ ਕੇ ਲਿਖਦੇ ਸੀ। ਫਿਰ ਉਹਨਾਂ ਨੇ ਪੁੱਛਿਆ ਵੀ ਮਹਾਰਾਜ ਮੈਨੂੰ ਦਰਸ਼ਨ ਹੋਣਗੇ? ਮਹਾਰਾਜ ਕਹਿੰਦੇ ਸਵੇਰੇ ਜਦੋਂ ਆਉਂਦੇ ਉਹਨਾਂ ਨੂੰ 1 ਘੜੀ 2 ਘੜੀ ਪਹਿਲਾਂ ਆਇਆ ਜੀ, ਤੁਹਾਡੇ ਆਉਣ ਤੋਂ 2 ਘੜੀ ਪਹਿਲਾਂ ਭਗਤ ਆਉਂਦੇ ਨੇ, ਦਰਸ਼ਨ ਦੇ ਕੇ ਜਾਂਦੇ ਨੇ, ਤੁਸੀਂ ਆ ਕੇ ਦਰਸ਼ਨ ਕਰ ਲਿਆ ਜੀ। ਅੱਜ ਭਗਤਾਂ ਦੇ ਦਰਸ਼ਨ ਭਾਈ ਗੁਰਦਾਸ ਜੀ ਨੂੰ ਪ੍ਰਤੱਖ ਹੋਏ ਹਨ।
ਹਾਂਜੀ। ਮਿਲੇ ਸਕਲ ਔਰ ਸੰਸੈ ਹਰਿਓ। ਸਾਰੇ ਭਗਤ ਮਿਲੇ ਹਨ, ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, ਤਰਲੋਚਨ ਜੀ, ਸਧਨਾ ਜੀ, ਪੀਪਾ ਜੀ, ਬੇਣੀ ਜੀ, ਜੈਦੇਵ ਜੀ, ਸਾਰਿਆਂ ਨੂੰ ਮਿਲ ਕੇ ਖੁਸ਼ ਹੋਏ। ਭਾਈ ਗੁਰਦਾਸ ਮਨ ਦਾ ਸੰਸਾ ਹੀ ਉਤਰ ਗਿਆ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾ। ਜਦੋਂ ਅੱਖਾਂ ਨਾਲ ਦੇਖ ਲਈਏ ਸੰਸਾ ਮਿਟ ਜਾਂਦਾ, ਪ੍ਰਤੱਖ ਦੇਖ ਲਿਆ ਮਹਾਰਾਜ ਦੇ ਭਗਤਾਂ ਨੂੰ। ਹਾਂਜੀ। ਬੋਹਰ ਆਪਨੇ ਧਾਮ ਸਿਧਾਰੇ। ਫਿਰ ਸਾਧ ਸੰਗਤ ਜੀ ਉਹ ਭਗਤ ਆਪਣੇ ਸੱਚਖੰਡ ਮੰਡਲ ਨੂੰ ਚਲੇ ਗਏ, ਗੁਪਤ ਹੋ ਗਏ। ਹਾਂਜੀ। ਡਰ ਤਰ ਕਰ ਗੁਰਦਾਸ ਵਿਚਾਰੇ। ਭਾਈ ਗੁਰਦਾਸ ਜੀ ਇੱਕ ਤਰ੍ਹਾਂ ਨਾਲ ਬੜੇ ਭੈ ਵਿੱਚ, ਡਰ ਦੇ ਵਿੱਚ ਹਨ। ਡਰ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਡਰ ਹੁੰਦਾ ਜਿਹੜਾ ਸਾਨੂੰ ਲੋਕਾਂ, ਦੁਨਿਆਵੀ ਲੋਕਾਂ ਨੂੰ ਲੱਗਦਾ। ਇੱਕ ਡਰ ਹੁੰਦਾ ਜਿਹੜਾ ਗੁਰੂ ਦਾ ਹੁੰਦਾ ਹੈ। ਲਾਵਾਂ ਦੇ ਪਾਠ 'ਚ ਮਹਾਰਾਜ ਗੁਰੂ ਰਾਮਦਾਸ ਨੇ ਲਿਖਿਆ, ਨਿਰਮਲ ਭਉ ਪਾਇਆ। ਉਹ ਨਿਰਮਲ ਭਉ ਹੁੰਦਾ ਹੈ, ਗੁਰੂ ਦੇ ਅਦਬ ਵਾਲਾ, ਭਾਵਨਾ ਵਾਲਾ, ਸ਼ਰਧਾ ਵਾਲਾ, ਵੱਡਿਆਂ ਦਾ, ਬਜ਼ੁਰਗਾਂ ਦਾ, ਗੁਰੂਆਂ ਦਾ, ਸ਼ਹੀਦਾਂ ਦਾ ਸਤਿਕਾਰ ਕਰਨਾ, ਭਗਤਾਂ ਦਾ ਸਤਿਕਾਰ ਕਰਨਾ। ਇਹ ਹੁੰਦਾ ਗੁਰਮੁਖ ਜਨਾਂ ਦੇ ਹਿਰਦੇ ਵਿੱਚ। ਭਾਈ ਸਾਹਿਬ ਗੁਰਦਾਸ ਜੀ ਨਿਰਮਲ ਭਉ ਦੇ ਨਾਲ, ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ, ਸੁਆਮੀ ਸਰਬ ਰਿਆ ਭਰਪੂਰੇ, ਅੰਤਰ ਬਾਹਰ ਹਰ ਭਵ ਏਕੋ, ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਮ ਚਲਾਈ, ਅਨਹਦ ਸ਼ਬਦ ਵਜਾਏ। ਇਹ ਭਾਈ ਗੁਰਦਾਸ ਜੀ ਉਸ ਨਿਰਮਲ ਭਉ ਦੇ ਨਾਲ ਅੰਦਰ ਵੜੇ ਹਨ ਤੰਬੂ ਦੇ ਵਿੱਚ। ਹਾਂਜੀ। ਟਿਕ ਪਹੁੰਚੋ ਗੁਰਪੁਰ ਮਾਇਓ। ਤੇ ਗੁਰੂ ਸਾਹਿਬ ਜੀ ਨੇ ਆਖਿਆ, ਆਓ ਭਾਈ ਗੁਰਦਾਸ ਜੀ, ਆਓ ਬੈਠੋ। ਹਾਂਜੀ। ਮੈਂ ਨਹਿ ਗਇਓ ਨਾ ਦਰਸ਼ਨ ਪਾਇਓ। ਭਾਈ ਗੁਰਦਾਸ ਜੀ ਇਸ ਡਰ ਵਿੱਚ ਵੀ ਹਨ ਵੀ ਮਹਾਰਾਜ ਨੇ ਕਿਹਾ ਸੀ ਵੀ 2 ਘੜੀਆਂ ਪਹਿਲਾਂ ਆ ਜਾਵੀਂ, ਤੇ ਮੈਂ ਦਰਵਾਜ਼ੇ 'ਚ ਖੜਾ ਰਿਹਾ। ਮੈਂ ਡਰ ਗਿਆ, ਅੰਦਰ ਨਹੀਂ ਵੜਿਆ। ਮਹਾਰਾਜ ਕਹਿਣਗੇ ਤੂੰ ਅੰਦਰ ਕਿਉਂ ਨਹੀਂ ਆਇਆ, ਪਹਿਲਾਂ ਕਿਉਂ ਨਹੀਂ ਆਇਆ। ਹਾਂਜੀ। ਤਬ ਤੂਰਨ ਹੀ ਨਿਕਟ ਪਿਆਨਾ। ਤਾਂ ਫਿਰ ਛੇਤੀ ਨਾਲ ਭਾਈ ਗੁਰਦਾਸ ਜੀ ਅੰਦਰ ਗਏ ਹਨ। ਬੰਧਨ ਕੀਨ ਬੰਦ ਜੁਗ ਪਾਨਾ। ਹੱਥ ਜੋੜ ਕੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ। ਮਹਿਮਾ ਲਖੀ ਮਹਿਦ ਮਹੀਆਨਾ। ਮਹਾਰਾਜ ਦੀ ਬੜੀ ਮਹਿਮਾ ਭਾਈ ਗੁਰਦਾਸ ਜੀ ਨੇ ਜਾਣ ਲਈ ਵੀ ਸਤਿਗੁਰੂ ਤਾਂ ਆਪ ਕਾਲ ਪੁਰਖ ਦਾ ਰੂਪ ਹਨ, ਜਿਨ੍ਹਾਂ ਦੇ ਕੋਲ ਇਹ ਮਹਾਨ ਸ਼ਕਤੀਆਂ ਆਉਂਦੀਆਂ। ਸਾਧ ਸੰਗਤ ਜੀ, ਆ ਜਿਹੜੀ ਹਵਾ ਹਨੇਰੀ ਚੱਲੀ ਹੋਈ ਹੈ ਨਾ ਨਾਸਤਿਕਤਾ ਦੀ, ਇਹਨੂੰ 30-40 ਸਾਲ ਹੀ ਹੋਏ ਨੇ। ਪਹਿਲਾਂ ਪੰਥ ਵਿੱਚ ਕੋਈ ਨਹੀਂ ਸੀ। ਅਸੀਂ ਵੀ ਪਹਿਲਾਂ ਇਹਨਾਂ ਦੀਆਂ ਗੱਲਾਂ ਸੁਣਦੇ ਹੁੰਦੇ ਸੀ, ਤੇ ਮੈਂ ਕਥਾ ਕਰਿਆ ਕਰਦਾ ਇਹੀ ਪ੍ਰਸੰਗ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਹੈ। ਤੇ ਮੇਰੇ ਮਨ ਵਿੱਚ ਵੀ ਇਹ ਸ਼ੰਕਾ ਸੀ ਵੀ ਭਗਤ ਕਿੱਦਾਂ ਆ ਸਕਦੇ। ਉਹ ਤਾਂ 100 ਸਾਲ ਪਹਿਲਾਂ ਉਹਨਾਂ ਦਾ ਸਰੀਰ ਸ਼ਾਂਤ ਹੋ ਗਿਆ। 100 ਸਾਲ ਪਹਿਲਾਂ ਕਬੀਰ ਜੀ, 100 ਸਾਲ ਪਹਿਲਾਂ ਨਾਮਦੇਵ ਜੀ, ਲਗਭਗ 300 ਸਾਲ ਪਹਿਲਾਂ ਜੈਦੇਵ ਜੀ ਦੁਨੀਆ ਤੋਂ ਜਾ ਚੁੱਕੇ ਸਨ। 300 ਸਾਲ ਬਾਅਦ ਉਹ ਗੁਰੂ ਅਰਜਨ ਦੇਵ ਜੀ ਕੋਲ ਕਿੱਦਾਂ ਆਏ, ਇਹ ਸ਼ੰਕਾ ਸੀਗਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਫਿਰ ਉਹਦੇ ਬਾਰੇ ਇੱਕ ਬੜਾ ਲੰਮਾ ਲੇਖ ਲਿਖਿਆ। ਗੁਰਪ੍ਰਤਾਪ ਸੂਰਜ ਗ੍ਰੰਥ ਦੀ ਟਿੱਪਣੀ ਦੇ ਵਿੱਚ, ਪ੍ਰਿਆਵਾਂ ਦੇ ਵਿੱਚ ਉਹਨਾਂ ਨੇ ਇੱਕ ਇਸ ਵਿਸ਼ੇ ਤੇ ਲੇਖ ਲਿਖਿਆ। ਉਹਨਾਂ ਨੇ ਕੁਝ ਵਿਦਵਾਨਾਂ ਦਾ, ਗੋਰਿਆਂ ਦਾ, ਕੁਝ ਜਰਮਨ ਦੇ, ਕੁਝ ਰਸ਼ੀਆ ਦੇ, ਹੋਰ ਮੁਲਕਾਂ ਦੇ ਵਿਦਵਾਨਾਂ ਦਾ ਜ਼ਿਕਰ ਕੀਤਾ। ਇੱਕ ਵਿਦਿਆ ਉਹਨਾਂ ਨੇ ਦੱਸੀ ਵੀ ਐਸੀ ਹੈ ਜਿਹਦੇ ਨਾਲ ਜਿਹੜੀਆਂ ਰੂਹਾਂ ਇਸ ਦੁਨੀਆ ਤੋਂ ਜਾ ਚੁੱਕੀਆਂ, ਉਹਨਾਂ ਰੂਹਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ। ਇੱਕ ਸਾਇੰਸ ਹੈ, ਇੱਕ ਤਰੀਕਾ ਹੈ ਵੀ ਜਿਹੜੀਆਂ ਰੂਹਾਂ ਜਾ ਚੁੱਕੀਆਂ ਨੇ ਉਹਨਾਂ ਰੂਹਾਂ ਦੇ ਨਾਲ ਉਹ ਪ੍ਰੋਫੈਸਰਾਂ ਨੇ ਗੱਲਾਂ ਬਾਤਾਂ ਕੀਤੀਆਂ। ਕਿਤਾਬਾਂ ਲਿਖੀਆਂ ਉਹਨਾਂ ਨੇ, ਇੰਗਲਿਸ਼ ਵਿੱਚ ਵੀ ਮਿਲ ਜਾਂਦੀਆਂ, ਹੋਰ ਬੜੀਆਂ ਪੁਰਾਣੀਆਂ। ਕਿਉਂਕਿ ਭਾਈ ਵੀਰ ਸਿੰਘ ਜੀ ਦੀ ਗੱਲ ਲਿਖੀ ਨੂੰ ਵੀ ਲਗਭਗ ਹੁਣ 90 ਸਾਲ ਹੋ ਗਏ, ਤੇ ਉਹਨਾਂ ਤੋਂ ਪਹਿਲਾਂ ਉਹ ਕਿਤਾਬਾਂ ਯਾਨੀ 100-125 ਸਾਲ ਪਹਿਲਾਂ ਇਸ ਵਿਸ਼ੇ ਤੇ ਬੜੀ ਰਿਸਰਚ ਹੋਈ ਵੀ ਜਿਹੜੀਆਂ ਰੂਹਾਂ ਜਾ ਚੁੱਕੀਆਂ ਉਹਨਾਂ ਰੂਹਾਂ ਨਾਲ ਬੰਦੇ ਗੱਲਬਾਤ ਕਰਦੇ ਆ। ਤੇ ਭਾਈ ਵੀਰ ਸਿੰਘ ਕਹਿੰਦੇ ਜੇ ਬੰਦੇ ਕਰ ਸਕਦੇ ਆ ਰੂਹਾਂ ਨਾਲ ਗੱਲ, ਤੇ ਗੁਰੂ ਅਰਜਨ ਦੇਵ ਨਹੀਂ ਕਰ ਸਕਦੇ। ਗੁਰੂ ਅਰਜਨ ਦੇਵ ਤਾਂ ਗੁਰੂ ਅਰਜਨ ਦੇਵ ਹਨ, ਆਪ ਪਰਮੇਸ਼ਰ ਦਾ ਰੂਪ ਹਨ। ਉਹਨਾਂ ਕੋਲ 15 ਭਗਤਾਂ ਦਾ ਆ ਜਾਣਾ ਕੋਈ ਅਨੋਖੀ ਗੱਲ ਨਹੀਂ।
ਉਹ ਸਭ ਕੁਝ ਕਰ ਸਕਦੇ ਹੈ। ਤੇ ਮਹਾਰਾਜ ਸਾਹਿਬ ਜੀ ਕੋਲ ਉਹ ਭਗਤ ਆਏ ਨੇ। ਭਾਈ ਗੁਰਦਾਸ ਨੂੰ ਵੀ ਇਹ ਸ਼ੰਕਾ ਸੀ ਵੀ ਕਿੱਦਾਂ ਆ ਸਕਦੇ ਨੇ, ਆਵਾਜ਼ ਆਉਂਦੀ ਸੀ, ਦਰਸ਼ਨ ਨਹੀਂ ਸੀ ਹੁੰਦੇ। ਤੇ ਭਾਈ ਗੁਰਦਾਸ ਨੂੰ ਦਰਸ਼ਨ ਕਰਾਤੇ। ਜਦੋਂ ਭਾਈ ਗੁਰਦਾਸ ਨੇ 15 ਭਗਤਾਂ ਦੇ ਦਰਸ਼ਨ ਕੀਤੇ ਤੇ ਗੁਰੂ ਅਰਜਨ ਦੇਵ ਦੀ ਮਹਿਮਾ ਜਾਣ ਲਈ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿੱਡੀ ਵੱਡੀ ਮਹਾਨ ਹਸਤੀ ਹਨ। ਭੰਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹੈ। ਜੇ ਕਿਸੇ ਨੇ ਰੱਬ ਦੇਖਣਾ ਹੈ ਤਾਂ ਗੁਰੂ ਅਰਜਨ ਦੇਵ ਨੂੰ ਦੇਖ ਲਓ, ਰੱਬ ਹੀ ਹੈ। ਆਖੋ ਸ੍ਰੀ ਵਾਹਿਗੁਰੂ। ਜੇ ਰੱਬ ਦੀਆਂ ਗੱਲਾਂ ਸੁਣਨੀਆਂ, ਗੁਰੂ ਅਰਜਨ ਦੇਵ ਦੀ ਬਾਣੀ ਸੁਣ ਲਓ, ਰੱਬ ਬੋਲ ਰਿਹਾ ਹੈ, ਪਰਮਾਤਮਾ ਬੋਲ ਰਿਹਾ ਹੈ। ਹਾਂਜੀ, ਖਰੋ ਹੋਏ ਗੁਰ ਸੁਜ ਸਭ ਖਾਨਾ। ਭਾਈ ਗੁਰਦਾਸ ਜੀ ਸਾਹਮਣੇ ਖੜ ਗਏ ਨੇ, ਅੱਖਾਂ ਵਿੱਚ ਪਿਆਰ ਦਾ ਜਲ ਛਾ ਗਿਆ ਹੈ, ਗਲਾ ਭਰ ਗਿਆ ਹੈ, ਰੋਮ ਰੋਮ ਕਰਕੇ ਧੰਨਵਾਦ ਕਰਦੇ ਨੇ ਸਤਿਗੁਰਾਂ ਦਾ ਤੇ ਕਹਿੰਦੇ ਨੇ ਮਹਾਰਾਜ ਤੁਹਾਡੀ ਮਹਿਮਾ ਤੁਸੀਂ ਹੀ ਜਾਣਦੇ ਹੋ, ਤੁਮਰੀ ਮਹਿਮਾ ਤੁਮੇ ਬਣ ਆਵੇ, ਤੁਹਾਡੀ ਮਹਿਮਾ ਤੁਹਾਨੂੰ ਹੀ ਬਣ ਆਉਂਦੀ ਹੈ ਮਹਾਰਾਜ। ਹਾਂਜੀ, ਨਿਰੰਕਾਰ ਕੇ ਤੁਮ ਆਕਾਰਾ। ਇਹ ਸਤਿਗੁਰੂ ਜੀ ਤੁਸੀਂ ਨਿਰੰਕਾਰ ਦਾ ਸਾਕਾਰ ਰੂਪ ਹੋ। ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੀ ਕੋਈ ਹਸਤੀ ਸਰੀਰ ਕਰਕੇ ਨਹੀਂ ਦਿਸਦੀ, ਸਰੀਰ ਕਰਕੇ ਨਹੀਂ ਦਿਸਦਾ, ਉਹ ਨਿਰੰਕਾਰ ਹੈ। ਪਰ ਤੁਸੀਂ ਉਹਦਾ ਹੀ ਆਕਾਰ ਹੋ, ਤੁਸੀਂ ਉਹਦਾ ਹੀ ਰੂਪ ਹੋ। ਨਿਰੰਕਾਰ ਦੀ ਹਸਤੀ ਨੂੰ ਜੇ ਕਿਸੇ ਨੇ ਪ੍ਰਤੱਖ ਦੇਖਣਾ ਤੇ ਤੁਹਾਨੂੰ ਦੇਖ ਲਵੇ ਤੇ ਰੱਬ ਦਿਸਦਾ ਹੈ। ਮੈਨੂੰ ਹੋਰ ਕੋਈ ਰੱਬ ਦਾ ਪਤਾ ਨਹੀਂ, ਮੇਰੇ ਲਈ ਤੁਸੀਂ ਰੱਬ ਹੋ। ਸਾਧ ਸੰਗਤ ਜੀ, ਗੁਰੂ ਹੀ ਸਿੱਖ ਵਾਸਤੇ ਪਰਮੇਸ਼ਰ ਹੈ। ਗੁਰ ਪਰਮੇਸ਼ਰ ਏਕੋ ਜਾਣ, ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ। ਮੇਰੇ ਵਾਸਤੇ ਮੇਰਾ ਗੁਰੂ ਹੀ ਈਸ਼ਵਰ ਹੈ, ਬ੍ਰਹਮਾ ਹੈ, ਗੋਰਖ ਵਿਸ਼ਨੂੰ ਹੈ। ਮੇਰੇ ਲਈ ਮੇਰਾ ਗੁਰੂ ਹੀ ਪਾਰਬਤੀ ਹੈ, ਮੇਰਾ ਗੁਰੂ ਹੀ ਮੇਰੇ ਵਾਸਤੇ ਲక్ష్ਮੀ ਹੈ, ਮੇਰੇ ਵਾਸਤੇ ਸਰਸਤੀ ਹੈ। ਸਾਰੇ ਰੂਪ ਮੇਰਾ ਗੁਰੂ ਹੀ ਹੈ। ਗੁਰੂ ਜੈਸਾ ਨਹੀਂ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇ। ਐਸਾ ਨਿਸ਼ਚਾ ਭਾਈ ਗੁਰਦਾਸ ਜੀ ਦਾ ਬਣਿਆ ਹੈ। ਹਾਂਜੀ, ਸਰਗੁਣ ਰੂਪ ਵਿਸ਼ਨ ਸੰਤਨ ਧਾਰਾ। ਮਹਾਰਾਜ ਅਕਾਲ ਪੁਰਖ ਈਸ਼ਵਰ ਅਵਤਾਰ ਪਰਮੇਸ਼ਰ ਸਰੂਪ ਸਤਿਗੁਰੂ ਜੀ ਆਪ ਜੀ ਨੇ ਸਰਗੁਣ ਰੂਪ ਧਾਰਨ ਕੀਤਾ ਸਾਨੂੰ ਦਰਸ਼ਨ ਦੇਣ ਵਾਸਤੇ। ਸਾਡੇ ਵਰਗਾ ਜਾਮਾ ਧਾਰਨ ਕਰਕੇ ਆਏ ਹੋ। ਹਾਂਜੀ, ਸਤਜੁਗ ਮਹਿ 52 ਬਪ ਪਾਵਨ। ਸਤਜੁਗ ਦੇ ਵਿੱਚ 52 ਰੂਪ ਧਾਰਨ ਕੀਤਾ ਸੀ। ਸਤਜੁਗ ਤੈ ਮਾਣਿਓ ਛਲਿਓ ਬਲ 52 ਛਲਿਓ ਬਲ ਰੂਪ 52 ਰੂਪ ਕਹਾਇਓ। ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਸਾਰੇ ਯੁੱਗਾਂ ਵਿੱਚ ਮਹਾਰਾਜ ਤੁਹਾਡੀ ਜੋਤ ਵਰਤਦੀ ਆਈ। ਅਵਤਾਰ ਧਾਰ ਕੇ ਸਮੇਂ ਸਮੇਂ ਸ੍ਰਿਸ਼ਟੀ ਦਾ ਭਲਾ ਕਰਦੇ ਆਏ। ਹੁਣ ਕਲਯੁਗ ਦੇ ਵਿੱਚ ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ। ਹਾਂਜੀ, ਮਾਪੇ ਤੀਨ ਲੋਕ ਤ੍ਰੈ ਪਾਵਨ। ਉਦੋਂ 52 ਰੂਪ ਹੋ ਕਰਕੇ ਆਪ ਜੀ ਨੇ ਹੀ ਤਿੰਨਾਂ ਲੋਕਾਂ ਨੂੰ ਤਿੰਨਾਂ ਕਦਮਾਂ ਵਿੱਚ 2.5 ਕਦਮਾਂ ਵਿੱਚ ਮਾਪ ਦਿੱਤਾ ਸੀ। ਹਾਂਜੀ, ਤ੍ਰੇਤੇ ਰਘੁਵਰ ਰੂਪ ਸੁਹਾਵਨ। ਤੇ ਤ੍ਰੇਤੇ ਯੁੱਗ ਵਿੱਚ ਰਾਮ ਦਾ ਰੂਪ ਧਾਰਨ ਕਰਕੇ ਮਹਾਰਾਜ ਤ੍ਰੇਤੇ ਤੇ ਮਾਣਿਓ ਰਾਮ ਰਘੁਵੰਸ਼ ਕਹਾਇਓ। ਤੁਸੀਂ ਹੀ ਰਾਵਣ ਨੂੰ ਮਾਰਿਆ ਸੀ। ਹਾਂਜੀ, ਕਾਏ ਅਗਨ ਰਾਖਸ਼ ਯੁਤ ਰਾਵਨ। ਹਾਂ, ਜਿਹੜੇ ਤਾੜਕਾ ਵਰਗੀਆਂ ਰਾਖਸ਼ਣੀਆਂ, ਸੁਭਾ ਤੇ ਮਰੀਚ ਵਰਗੇ ਰਾਖਸ਼, ਰਾਵਣ ਵਰਗੇ ਦੁਸ਼ਟਾਂ ਨੂੰ ਮਾਰ ਕੇ ਖਤਮ ਕੀਤਾ। ਰਾਮ ਚੰਦ ਮਾਰਿਓ ਇਹ ਰਾਵਣ, ਭੇਦ ਭਵੀਖਣ ਗੁਰਮੁਖ ਪਰਚਾਏ। ਹਾਂਜੀ, ਦੁਆਪਰ ਹੋਏ ਕ੍ਰਿਸ਼ਨ ਮੁਰਾਰੀ। ਦੁਆਪਰ ਦਾ ਸਮਾਂ ਆਇਆ। ਦੁਆਪਰ ਯੁੱਗ 'ਚ ਆਪ ਜੀ ਨੇ ਕ੍ਰਿਸ਼ਨ ਮੁਰਾਰੀ ਹੋ ਕਰਕੇ ਕੰਸ ਕਿਰਤਾਰਥ ਕੀਓ। ਕੰਸ ਨੂੰ ਕਿਰਤਾਰਥ ਕੀਤਾ ਸੀ। ਹਾਂਜੀ, ਸ਼ਤਰਨ ਸੈਨ ਅਸੰਖ ਸੰਘਾਰੀ। ਔਰ ਸ਼ਤਰੂਆਂ ਦੀ ਵੈਰੀਆਂ ਦੀ ਅਸੰਖ ਸੈਨਾ ਜਰਾਸੰਧ ਲੈ ਕੇ ਆਇਆ। 24 ਵਾਰੀ ਜੰਗ ਕੀਤਾ ਉਹਦੇ ਨਾਲ ਤੇ ਉਸ ਫੌਜ ਨੂੰ ਖਤਮ ਕੀਤਾ ਸੀ। ਹਾਂਜੀ, ਅਬ ਕਲਯੁਗ ਕੋ ਕਾਲ ਨਿਹਾਰਾ। ਹੁਣ ਕਲਯੁਗ ਦਾ ਸਮਾਂ ਜਾਣ ਕੇ ਕਲਯੁਗੀ ਜੀਵਾਂ ਦੀ ਮੰਦਮਤੀ ਦੇਖ ਕੇ ਅਕਾਲ ਪੁਰਖ ਪਰਮੇਸ਼ਰ ਜੀ ਪੂਰਨ ਅਵਤਾਰ ਗੁਰੂ ਨਾਨਕ ਦੇ ਰੂਪ ਚ ਆਏ ਹੋ। ਹਾਂਜੀ, ਗੁਰੂ ਰੂਪ ਆਪਨ ਕੋ ਧਾਰਾ। ਆਪ ਜੀ ਨੇ ਗੁਰੂ ਨਾਨਕ ਰੂਪ ਧਾਰਨ ਕੀਤਾ। ਪਹਿਲੇ ਜਿੰਨੇ ਅਵਤਾਰ ਹੋਏ ਨੇ ਮਹਾਰਾਜ ਅਕਾਲ ਪੁਰਖ ਜੀ ਦੀ ਸ਼ਕਤੀ, ਕੁਝ 2 ਕਲਾ ਲੈ ਕੇ ਆਏ, ਕੋਈ 4 ਕਲਾ ਲੈ ਕੇ ਆਏ, ਕੋਈ 14 ਕਲਾ ਲੈ ਕੇ ਆਏ, ਕੋਈ 16 ਕਲਾ ਲੈ ਕੇ ਆਏ। ਸ੍ਰੀ ਰਾਮ ਚੰਦਰ ਜੀ
ਕਹਿੰਦੇ 12 ਕਲਾ ਲੈ ਕੇ ਆਏ ਸੀ, 2 ਕਲਾ ਪਰਸ਼ੁਰਾਮ ਤੋਂ ਖੋਈਆਂ ਸੀ, ਇਸ ਕਰਕੇ 14 ਕਲਾ ਹੋਏ। ਪਰਸ਼ੁਰਾਮ ਕੋਲ 4 ਕਲਾ ਸੀਗੀਆਂ ਤੇ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਕੋਲ 16 ਕਲਾ ਸਨ। ਪਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜਦੋਂ ਆਏ 16 ਨਾਲ ਵੀ ਗੱਲ ਬਣਨੀ ਨਹੀਂ ਸੀ। ਅਨੰਤ ਕਲਾ ਲੈ ਠਾਕਰ ਚੜਿਆ, ਬੇਅੰਤੀ, ਕੋਈ ਹਿਸਾਬ ਹੀ ਨਹੀਂ, ਗਿਣਤੀ ਨਹੀਂ, ਸਾਰੀਆਂ ਹੀ ਕਲਾ ਲੈ ਕੇ ਗੁਰੂ ਨਾਨਕ ਸਾਹਿਬ ਜੀ ਆਏ। 10 ਜਾਮਿਆਂ ਵਿੱਚ ਵੱਖਰੀ ਵੱਖਰੀ ਕਲਾ ਦਿਖਾਈ ਵੀ ਹੈ। ਕਿਤੇ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਸ੍ਰਿਸ਼ਟੀ ਦਾ ਵਿਚਰ ਕੇ ਗੁਰੂ ਨਾਨਕ ਦੇ ਰੂਪ ਵਿੱਚ ਭਲਾ ਕੀਤਾ ਤੇ ਕਿਤੇ ਗੁਰੂ ਅੰਗਦ ਦੇਵ ਜੀ ਦੇ ਰੂਪ 'ਚ ਇੱਕ ਜਗ੍ਹਾ ਤੇ ਬੈਠ ਕੇ ਹੀ ਭਲਾ ਕੀਤਾ। ਗੁਰੂ ਨਾਨਕ ਸਾਹਿਬ ਦੇ ਜਾਮੇ ਸਾਰੀ ਦੁਨੀਆ ਦਾ ਚੱਕਰ ਲਾਇਆ ਤੇ ਗੁਰੂ ਅੰਗਦ ਦੇਵ ਜੀ ਦਾ ਐਸਾ ਆਸਣ ਸੀ, ਖਡੂਰ ਸਾਹਿਬ, ਖਾਨ ਛਾਪੜੀ ਸਾਹਿਬ ਤੇ ਭਰੋਵਾਲ ਸਾਹਿਬ, ਤੇ ਵੱਧ ਤੋਂ ਵੱਧ ਮਹਾਰਾਜ ਗਏ ਹਰੀਕੇ, ਉਦੋਂ ਵਾਪਸ ਕਿਤੇ ਹੋਰ ਨਹੀਂ ਗਏ। 12 ਸਾਲ ਲਗਭਗ ਇੱਕੋ ਥਾਂ ਤੇ ਭਜਨ ਬੰਦਗੀ ਕਰਕੇ ਬੇਅੰਤ ਜੀਵਨ ਨੂੰ ਤਾਰਤਾ। ਗੁਰੂ ਅਮਰਦਾਸ ਦੇ ਰੂਪ ਵਿੱਚ ਮਹਾਰਾਜ ਜੀ ਨੇ 22 ਮੰਜੀਆਂ ਵੀ ਸਥਾਪਿਤ ਕੀਤੀਆਂ, ਲੰਗਰ ਦੀ ਮਰਿਆਦਾ ਵੀ ਸਥਾਪਿਤ ਕੀਤੀ, ਬੋਲੀ ਸਾਹਿਬ ਬਣਾਈ, ਜੀਵਾਂ ਦਾ ਭਲਾ ਕਰਨ ਲਈ ਬੇਅੰਤ ਬਾਣੀ ਵੀ ਰਚੀ। 22 ਸਾਲ ਗੱਦੀ ਤੇ ਰਹਿ ਕੇ ਗੁਰੂ ਅਮਰਦਾਸ ਸਾਹਿਬ ਦੇ ਰੂਪ ਵਿੱਚ ਬੇਅੰਤ ਜੀਵਾਂ ਦਾ ਭਲਾ ਕੀਤਾ। ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਬਣਾਇਆ, ਵਿਸਾਖੀ ਦਾ ਮੇਲਾ ਲਾਉਣਾ ਸ਼ੁਰੂ ਕੀਤਾ। ਫਿਰ ਚੌਥੇ ਜਾਮੇ 'ਚ ਗੁਰੂ ਰਾਮਦਾਸ ਮਹਾਰਾਜ ਦੇ ਰੂਪ ਵਿੱਚ ਸਿੱਖੀ ਦਾ ਵੱਡਾ ਕੇਂਦਰ ਸ੍ਰੀ ਅੰਮ੍ਰਿਤਸਰ ਸਾਹਿਬ, ਡਿਠੇ ਸਭੇ ਥਾਮ ਨਹੀਂ ਤੁਧ ਜੇਹਿਆ, ਉਹਦੀ ਰਚਨਾ ਕਰਵਾਈ। 5ਵੇਂ ਜਾਮੇ 'ਚ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕਰਕੇ, ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਕੇ ਬੇਅੰਤ ਤੀਰਥ ਬਣਾ ਕੇ ਸਿੱਖੀ ਦਾ ਦਾਇਰਾ ਬਹੁਤ ਵੱਡਾ ਕਰ ਦਿੱਤਾ, ਬੇਅੰਤ ਜੀਵ ਬਾਣੀ ਨੂੰ ਤਾਰ ਦਿੱਤੇ। 6ਵੇਂ ਜਾਮੇ 'ਚ ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕਰਕੇ ਸ਼ਸਤਰਾਂ ਦੇ ਨਾਲ ਭਗਤੀ ਤੇ ਸ਼ਕਤੀ ਦੋਵਾਂ ਨੂੰ ਜੋੜ ਕੇ ਮਹਾਰਾਜ ਨੇ ਖਾਲਸੇ ਨੂੰ ਤਿਆਰ ਬਰ ਤਿਆਰ ਕੀਤਾ। 7ਵੇਂ ਜਾਮੇ 'ਚ ਸ਼ਾਂਤੀ, ਪਿਆਰ, ਬੇਅੰਤ ਉਪਦੇਸ਼ ਦਿੱਤੇ। ਬੜਾ ਵੱਡਾ ਹਸਪਤਾਲ ਸ੍ਰੀ ਕੀਰਤਪੁਰ ਸਾਹਿਬ ਵਿਖੇ ਖੋਲ੍ਹਿਆ, ਜਿੱਥੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਸੀ। ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋ ਸ਼ੇਰ ਦੀਆਂ ਮੁੱਛਾਂ ਦੇ ਵਾਲ ਕੁਤਰ ਕੇ ਚਾਵਲਾਂ 'ਚ ਪਾ ਕੇ ਔਰੰਗਜ਼ੇਬ ਨੇ ਦਾਰੇ ਨੂੰ ਖਵਾ ਦਿੱਤੇ ਸੀਗੇ। ਬਚਣ ਦੀ ਕੋਈ ਉਮੀਦ ਨਹੀਂ ਸੀ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਕਿਰਪਾ ਕਰਕੇ ਦਾਰਾ ਸ਼ਿਕੋ ਦੀ ਜਾਨ ਬਚਾਈ। 8ਵੇਂ ਜਾਮੇ 'ਚ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਰੂਪ ਵਿੱਚ ਗੂੰਗੇ ਦੇ ਸਿਰ ਤੇ ਛੜੀ ਰੱਖ ਕੇ ਗੀਤਾ ਦੇ ਅਰਥ ਕਰਾ ਦਿੱਤੇ ਤੇ ਬੇਅੰਤ ਦਿੱਲੀ ਦੇ ਹਜ਼ਾਰਾਂ ਲੱਖਾਂ ਬਿਮਾਰ ਰੋਗੀਆਂ ਨੂੰ ਰਾਜੀ ਕਰਕੇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ, ਇਹ ਪਦਵੀ ਪ੍ਰਾਪਤ ਕੀਤੀ। 9ਵੇਂ ਜਾਮੇ 'ਚ ਧਰਮ ਦੀ ਰਾਖੀ ਕਲਾ ਵਰਤਾਈ, ਸੀਸ ਦੀਆ ਪਰ ਸਿਰ ਨਾ ਦੀਆ। ਤੇ 10ਵੇਂ ਜਾਮੇ 'ਚ ਸੂਰਬੀਰ ਬਹਾਦਰ ਯੋਧਿਆਂ ਦਾ ਪੰਥ, ਖਾਲਸਾ ਪੰਥ, ਸੰਤ ਵੀ ਤੇ ਸਿਪਾਹੀ ਵੀ ਸਾਜ ਕੇ ਆਪਣਾ ਸਾਰਾ ਸਰਵੰਸੀ ਲੁਟਾ ਕੇ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਕੇ 5 ਪਿਆਰਿਆਂ ਤੇ ਗੁਰੂ ਤਾਬਿਆ ਗੁਰੂ ਗ੍ਰੰਥ ਸਾਹਿਬ ਦੀ ਸਾਰੇ ਸੰਸਾਰ ਨੂੰ ਇੱਕ ਬੜਾ ਵਧੀਆ ਰਾਹ ਦੱਸ ਦਿੱਤਾ। ਇਹ ਕਾਲਪੁਰਖ ਦੀ ਪੂਰੀ ਕਲਾ, ਅਨੰਤ ਕਲਾ ਇਹਨੂੰ ਕਹਿੰਦੇ ਆ। ਇਹਦੀ ਹੁਣ ਵਿਆਖਿਆ ਕਰੀਏ ਤਾਂ ਹੋ ਨਹੀਂ ਸਕਦੀ, ਅਸੀਂ ਇਨਸਾਨ ਆ, ਭਗਵਾਨ ਦੀ ਗੱਲ ਕਿੰਨੀ ਕੁ ਦੱਸੀਏ। ਮਹਾਰਾਜ ਨੂੰ ਭਾਈ ਗੁਰਦਾਸ ਜੀ ਕਹਿੰਦੇ, ਮਹਾਰਾਜ ਸਾਡੇ ਵਾਸਤੇ ਤੁਸੀਂ ਇਹ ਜਾਮੇ ਧਾਰਨ ਕਰ ਰਹੇ ਹੋ, ਤੁਸੀਂ ਹੈ ਤਾਂ ਨਿਰੰਕਾਰ, ਪਰ ਸਾਡੇ ਭਲੇ ਲਈ ਸਾਡੇ ਵਰਗੇ ਜਾਮੇ ਧਾਰਨ ਕੀਤੇ ਹਨ। ਹਾਂਜੀ, ਹਮ ਨਰ ਮੰਦ ਮਤੀ ਨਹਿ ਜਾਣੈ, ਅਸੀਂ ਮੂਰਖ ਬੰਦੇ ਹਾਂ, ਦੁਨਿਆਵੀ ਘੱਟ ਬੁੱਧੀ ਹੈ ਸਾਡੀ, ਅਸੀਂ ਤੁਹਾਡੀ ਮਹਿਮਾ ਨਹੀਂ ਜਾਣ ਸਕਦੇ ਗੁਰੂ ਜੀ। ਹਾਂਜੀ, ਤੁਮਰੀ ਮਹਿਮਾ ਮਹਿਦ ਮਹਾਨ ਹੈ, ਮਹਾਰਾਜ ਤੁਹਾਡੀ ਮਹਿਮਾ ਮਹਿਦ ਮਹਾਨ ਹੈ, ਵੱਡੀ ਤੋਂ ਵੱਡੀ ਹੈ। ਹਾਂਜੀ, ਬਖਸ਼ੋ ਭੂਲ ਦਇਆ ਸਿੰਧ ਮੇਰੀ, ਤੇ ਮਹਾਰਾਜ ਦਇਆ ਦੇ ਸਮੁੰਦਰ ਸਤਿਗੁਰੂ ਜੀ, ਮੈਂ ਭੁੱਲ ਗਿਆ, ਮੇਰੀ ਗਲਤੀ, ਮੈਂ ਆਪ ਦਾ ਹੁਕਮ ਨਹੀਂ ਮੰਨਿਆ, ਬਾਹਰ ਦਰਵਾਜ਼ੇ 'ਚ ਹੀ ਖੜਾ ਰਹਿ ਗਿਆ, ਅੰਦਰ ਨਹੀਂ ਵੜ ਸਕਿਆ। ਹਾਂਜੀ, ਦਾਸ ਜਾਨ ਰੱਖ ਲਾਜ ਵਡੇਰੀ, ਭਾਈ ਗੁਰਦਾਸ ਜੀ ਬੇਨਤੀ ਕਰਦੇ, ਮਹਾਰਾਜ ਮੈਨੂੰ ਆਪਣਾ ਦਾਸ ਜਾਣ ਕੇ ਲਾਜ ਰੱਖ ਲਓ, ਮੇਰੇ ਤੋਂ ਭੁੱਲ ਹੋ ਗਈ। ਆਪ ਜੀ ਨੇ ਕਿਹਾ ਸੀ 2 ਘੜੀਆਂ ਪਹਿਲਾਂ ਆ ਜਾਵੀਂ, ਆ ਤਾਂ ਮੈਂ ਗਿਆ ਸੀ, ਪਰ ਆਪ ਜੀ ਦੇ ਕੋਲ ਐਸਾ ਆਭਾ ਮੰਡਲ ਸੀਗਾ, ਐਸੀਆਂ ਰੂਹਾਂ ਬੈਠੀਆਂ ਸੀ, ਐਸੇ ਭਗਤ ਬੈਠੇ ਸੀ, ਮੇਰੀ ਹਿੰਮਤ ਨਹੀਂ ਪਈ ਤੰਬੂ ਦੇ ਅੰਦਰ ਵੜਨ ਦੀ, ਮੈਂ ਦਰਵਾਜ਼ੇ ਵਿੱਚ ਹੀ ਖੜਾ ਰਿਹਾ ਹਾਂ।
ਹਾਂਜੀ। ਸ੍ਰੀ ਅਰਜਨ ਸੁਨ ਕੈ ਤਿਸ ਕਾਲਾ। ਭਾਈ ਗੁਰਦਾਸ ਜੀ ਦੀ ਬੇਨਤੀ ਸੁਣ ਕੇ ਪੰਜਵੇਂ ਪਾਤਸ਼ਾਹ ਬੋਲੇ ਹੋਏ ਪ੍ਰਸੰਨ ਵਿਸਾਲਾ। ਬੜੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਕਹਿੰਦੇ ਹਨ, ਸਤਿਗੁਰੂ ਤੁਝ ਪਰ ਖੁਸ਼ੀ ਸੁਨਹੁ ਵਡ ਭਾਗੇ। ਦੇਖੋ ਭਾਈ ਗੁਰਦਾਸ ਜੀ, ਤੁਹਾਡੇ ਤੇ ਬੜੀ ਖੁਸ਼ੀ ਹੈ, ਤੁਹਾਡੇ ਤੇ ਬਹੁਤ ਕਿਰਪਾ ਹੈ। ਹਾਂਜੀ। ਮਨ ਬਾਂਛਤ ਲੀਜ ਹੈ ਅਬ ਮੰਗੇ। ਜੋ ਤੁਸੀਂ ਮੰਗਣਾ ਮੰਗੋ, ਅਸੀਂ ਤੁਹਾਡੇ ਤੇ ਬਹੁਤ ਪ੍ਰਸੰਨ ਹਾਂ। ਹਾਂਜੀ। ਤੁਝ ਤੇ ਨਹੀਂ ਅਦੇ ਹਮਾਰੇ। ਇਹ ਭਾਈ ਗੁਰਦਾਸ ਜੀ, ਸਾਡੇ ਘਰ ਐਸੀ ਕੋਈ ਚੀਜ਼ ਨਹੀਂ ਜਿਹੜੀ ਅਸੀਂ ਤੁਹਾਨੂੰ ਨਾ ਦੇ ਸਕੀਏ। ਐਸੀ ਵਸਤ ਜਗਤ ਵਿੱਚ ਨਹੀਂ ਜੋ ਮੈਂ ਦਈ ਖਾਲਸੇ ਨਹੀਂ। ਕਲਗੀਧਰ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ, ਐਸੀ ਕੋਈ ਵਸਤੂ ਦੁਨੀਆ ਤੇ ਨਹੀਂ ਜੇ ਮੈਂ ਆਪਣੇ ਖਾਲਸੇ ਨੂੰ ਨਹੀਂ ਦੇ ਸਕਦਾ। ਐਸੀ ਵਸਤ ਜਗਤ ਵਿੱਚ ਨਹੀਂ, ਹੈ ਹੀ ਨਹੀਂ ਉਹ ਚੀਜ਼ ਜੋ ਮੈਂ ਦਈ ਖਾਲਸੇ ਨੇ ਸਭ ਕੁਝ ਦੇਤਾ ਸਿੱਖਾਂ। ਗੁਰੂ ਅਰਜਨ ਦੇਵ ਵੀ ਕਹਿੰਦੇ, ਭਾਈ ਗੁਰਦਾਸ ਜੀ, ਐਸੀ ਕੋਈ ਚੀਜ਼ ਹੈ ਹੀ ਨਹੀਂ ਜਿਹੜੀ ਤੁਹਾਨੂੰ ਨਾ ਦੇ ਸਕੀ ਅਸੀਂ। ਹਾਂਜੀ। ਸੇਵਕ ਪ੍ਰੇਮੀ ਹਮ ਹੋ ਪਿਆਰੇ। ਤੁਸੀਂ ਸਾਡੇ ਸੇਵਕ ਪ੍ਰੇਮੀ ਪਿਆਰੇ ਸਿੱਖ ਹੋ ਭਾਈ ਸਾਹਿਬ ਜੀ। ਤਬ ਕਰ ਜੋਰ ਕਹਿਓ ਗੁਰਦਾਸ। ਭਾਈ ਗੁਰਦਾਸ ਜੀ ਹੱਥ ਜੋੜ ਕੇ ਬੇਨਤੀ ਕਰਦੇ ਹਨ, ਭਗਤ ਜੋ ਆਵਤ ਹੈ ਤੁਮ ਪਾਸ। ਹੇ ਮਹਾਰਾਜ, ਆਪ ਜੀ ਦਾ ਹੁਕਮ ਸਿਰ ਮੱਥੇ ਤੇ। ਜਿਹੜੇ ਤੁਹਾਡੇ ਕੋਲ ਭਗਤ ਆਉਂਦੇ ਨੇ, ਭਗਤ ਕਬੀਰ ਜੀ ਮਹਾਰਾਜ, ਰਵਿਦਾਸ ਜੀ, ਨਾਮਦੇਵ ਜੀ, ਬਾਣੀ ਲਿਖਾਣ ਆਉਂਦੇ ਨੇ ਸੱਚਖੰਡ ਤੋਂ। ਹਾਂਜੀ। ਸ੍ਰੀ ਗੁਰ ਆਪ ਜਥਾ ਤਿਨ ਦਰਸ ਹੋ। ਹੇ ਮਹਾਰਾਜ, ਜਿਵੇਂ ਤੁਹਾਨੂੰ ਦਰਸ਼ਨ ਹੁੰਦੇ ਨੇ, ਤੁਹਾਨੂੰ ਹਰ ਵੇਲੇ ਦਰਸ਼ਨ ਹੁੰਦੇ ਨੇ। ਹਾਂਜੀ। ਚਰਚਾ ਕਰੋ ਸਰੀਰ ਸਪਰਸ਼ ਹੋ। ਔਰ ਤੁਸੀਂ ਉਹਨਾਂ ਦੇ ਨਾਲ ਚਰਚਾ ਵੀ ਕਰਦੇ ਹੋ। ਉਹਨਾਂ 15 ਭਗਤਾਂ ਦੇ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ। ਹਾਂਜੀ। ਤਥਾ ਦਰਸ ਮੈਂ ਤਿਨ ਕੋ ਪਾਉ। ਇਹ ਤਾਂ ਮੈਨੂੰ ਵੀ ਦਰਸ਼ਨ ਹੁੰਦੇ ਰਹੇ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਲਿਖਣਾ ਹੈ, ਉਹ ਜਦੋਂ ਜਦੋਂ ਆਉਣਗੇ ਭਗਤ ਵਾਰੀ ਵਾਰੀ, ਤਾਂ ਜਦੋਂ ਉਹ ਬੋਲਣਗੇ ਤਾਂ ਮੈਨੂੰ ਤਾਂ ਦਰਸ਼ਨ ਕਰਾਇਆ ਕਰੋ, ਮੇਰੀ ਇੰਨੀ ਬੇਨਤੀ ਹੈ। ਹਾਂਜੀ। ਗਿਆਨ ਵਾਕ ਕੋ ਕਹੋ ਕਹਾਉ। ਮੈਂ ਵੀ ਉਹਨਾਂ ਕੋਲੋਂ ਕੁਝ ਪੁੱਛਣਾ ਚਾਹਾਂ ਤੇ ਪੁੱਛ ਸਕਾਂ, ਜੇ ਕੋਈ ਸੁਣਨਾ ਚਾਹਾਂ ਤੇ ਸੁਣ ਸਕਾਂ। ਮੈਨੂੰ ਉਹਨਾਂ ਦੇ ਪ੍ਰਤੱਖ ਦਰਸ਼ਨ ਹੋਇਆ ਕਰਨ, ਐਸੀ ਕਿਰਪਾ ਕਰ ਦਿਓ ਜੀ। ਸੁਨਤ ਤਥਾਸਤ ਸ੍ਰੀ ਗੁਰ ਕਹਿਓ। ਇਹ ਸੁਣ ਕੇ ਮਹਾਰਾਜ ਪ੍ਰਸੰਨ ਹੋ ਕੇ ਕਹਿੰਦੇ, ਠੀਕ ਹੈ ਭਾਈ ਸਾਹਿਬ ਜੀ, ਹੈ ਤਾਂ ਇਹ ਗੁਪਤ ਖੇਡ, ਪਰ ਤੁਹਾਡੇ ਵਾਸਤੇ ਨਾ ਨਹੀਂ ਕੀਤੀ ਜਾ ਸਕਦੀ। ਤੁਹਾਨੂੰ ਭਗਤਾਂ ਦੇ ਹੁਣ ਦਰਸ਼ਨ ਵੀ ਹੋਇਆ ਕਰਨਗੇ ਤੇ ਤੁਸੀਂ ਉਹਨਾਂ ਦੀ ਬਾਣੀ ਸੁਣ ਕੇ ਲਿਖਿਆ ਕਰੋਗੇ ਗੁਰੂ ਗ੍ਰੰਥ ਸਾਹਿਬ ਵਿੱਚ। ਹਾਂਜੀ। ਸੁਨ ਗੁਰ ਵਾਕ ਆਨੰਦ ਔਰ ਲਹਿਓ। ਭਾਈ ਸਾਹਿਬ ਜੀ ਸੁਣ ਕੇ ਬੜੇ ਖੁਸ਼ ਹੋਏ ਤੇ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ ਗਈ। ਮਹਾਰਾਜ ਗੁਰੂ ਸਾਹਿਬਾਂ ਦੀ ਬਾਣੀ, 15 ਭਗਤਾਂ ਦੀ ਬਾਣੀ ਕਿਵੇਂ ਲਿਖਵਾਉਂਦੇ ਆ, ਉਹ ਕਥਾ ਆਪਾਂ ਹੁਣ ਸੁਣਨੀ ਸਾਰਿਆਂ ਨੇ। ਭਾਈ ਜਿਵੇਂ ਅੱਜ ਹਾਜ਼ਰੀਆਂ ਭਰਦੇ ਹੋ, ਕੋਸ਼ਿਸ਼ ਕਰਿਆ ਕਰੋ ਰੋਜ਼ਾਨਾ ਇਸੇ ਤਰ੍ਹਾਂ ਆ ਕੇ ਮਹਾਰਾਜ ਦੇ ਚਰਨਾਂ 'ਚ ਦੀਵਾਨ ਦੀਆਂ ਰੌਣਕਾਂ ਵਧਾਓ। ਗੁਰੂ ਦੀਆਂ ਖੁਸ਼ੀਆਂ, ਧੰਨ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਕੇ ਕੁਛ ਨਹੀਂ ਸਾਡੇ ਵਾਸਤੇ। ਅਸੀਂ ਗੁਰੂ ਗ੍ਰੰਥ ਸਾਹਿਬ ਕਰਕੇ ਇੱਥੇ ਦੇਸਾਂ ਪ੍ਰਦੇਸਾਂ 'ਚ ਬੈਠੇ ਹਾਂ, ਜੁੜੇ ਹੋਏ ਹਾਂ, ਆਪਸ 'ਚ ਸਾਡਾ ਭਾਈਚਾਰਾ ਬਣਿਆ ਹੋਇਆ ਹੈ। ਲੋਕ ਤੇ ਪਰਲੋਕ ਦੇ ਸੁੱਖ ਮਿਲ ਰਹੇ ਨੇ ਸਾਨੂੰ, ਹਰ ਤਰ੍ਹਾਂ ਦੀਆਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ਾਂ ਕਰ ਰਹੇ ਨੇ। ਤੇ ਆਪਾਂ ਉਹਨਾਂ ਦੇ ਬਣਨ ਦੀ, ਉਹਨਾਂ ਦੀ ਰਚਨਾ ਕਿਵੇਂ ਹੋਈ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਿਵੇਂ ਹੋਇਆ, ਉਹ ਕਥਾ ਜ਼ਰੂਰ ਸੁਣਨੀ ਚਾਹੀਦੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ।